ਸਿੱਖ ਸਾਮਨੇ ਪੂਰਿਆ ਸੋ ਪੁਰਸੋਂ ਝਟਿਆ ਦੁੱਧ ਦਿੱਥੇ ਸੱਚੇ ਪਾਤਸ਼ਾਹ ਹਰ ਜਨਮ ਜਨਮ ਦੀ ਕੱਟਿਆ ਸੱਚਾ ਪਾਤਸ਼ਾਹੂ ਸਿਰ ਸਾਹਾਂ ਦਾ ਸਾਹੂ ਜਿਸ ਪਾਸ ਬੈਠਿਆ ਸੋਹੀਆ ਸਭਨਾਂ ਦਾ ਵਿਸਾਹੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾ ਵਾਰ ਸ਼ਲੋਕਾਂ ਨਾਲ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰਾ ਸਿਮਰੰਤ ਸੰਤ ਸਰਬੱਤਰ ਰਮਣ ਨਾਨਕ ਆਗਨਾਸਨ ਜਗਦੀਸ਼ਰਾ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰਾ ਸਿਮਰੰਤ ਸੰਤ ਸਰਬੱਤਰ ਰਮਣ ਨਾਨਕ ਆਗਨਾਸਨ ਜਗਦੀਸ਼ਰਾ। ਵੇਖਣ ਸੁਣਨ ਸੁਨਾਵਨ ਮਨ ਮਹਿ ਦ੍ਰਿੜਿਆ ਸਾਚ ਪੂਰ ਰਹਿਓ ਸਰਬੱਤਰ ਮੈਂ ਨਾਨਕ ਹਰ ਰੰਗ ਰਾਚ। ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ। ਖਿਨ ਮਹਿ ਥਾਪ ਥਾਪ ਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ। ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ। ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਦਾ ਸਦਕਾ ਹੈ ਆਪਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਵਤਾਰ ਅਸਥਾਨ ਸ੍ਰੀ ਤਖਤ ਸਾਹਿਬ ਜੀ ਤੇ ਪਵਿੱਤਰ ਯਾਤਰਾ ਕਰਦੇ ਹੋਏ ਸੱਚਖੰਡ ਵਾਸੀ ਪਰਮ ਪੂਜਨੀਕ 108 ਸੰਤ ਬਾਬਾ ਭਾਗ ਸਿੰਘ ਸਾਹਿਬ ਜੀ ਗੁਰਮੁਖ ਪਿਆਰਿਆਂ ਦੀ ਸਾਲਾਨਾ ਬਰਸੀ ਮਨਾ ਰਹੇ ਹਾਂ। ਸੰਸਾਰ ਦੀ ਕਲਿਆਣ ਵਾਸਤੇ, ਉਪਦਰਵਾਂ ਨੂੰ ਮੇਟਣ ਵਾਸਤੇ, ਨਾਸਤਕ ਪੁਣ ਚੱਕਣ ਵਾਸਤੇ, ਮਰਿਆਦਾ ਵਿੱਚ ਚਲਾਉਣ ਵਾਸਤੇ ਸਮੇਂ ਸਿਰ ਪਰਮੇਸ਼ਰ ਨੇ ਆਪਣੇ ਹੁਕਮ ਦੇ ਵਿੱਚ ਕੁਝ ਦੇਵਤਿਆਂ ਦੇ ਅਵਤਾਰ ਪ੍ਰਗਟ ਕੀਤੇ। ਸੋ ਉਹਨਾਂ ਅਵਤਾਰਾਂ ਨੂੰ ਬਿਪਤਾ ਤੋਂ ਰੱਖਿਆ ਕਰਨ ਵਾਸਤੇ ਜਿਹੜਾ ਹੋਵੇ ਉਹਨੂੰ ਅਵਤਾਰ ਕਿਹਾ ਹੈ। ਸੋ ਉਹਨਾਂ ਨੂੰ ਗੁਰਮੁਖ ਪਿਆਰਿਆਂ ਸਿਆਣਿਆਂ ਗੁਰਮੁਖਾਂ ਨੇ ਪੰਜੀ ਛੀਂ ਥਾਈਂ ਵੰਡਿਆ ਹੈ। ਇੱਕ ਅੰਸਾ ਅਵਤਾਰ ਹੁੰਦੇ ਹਨ, ਇੱਕ ਅਵੇਸ਼ਾ ਅਵਤਾਰ ਹੁੰਦੇ ਹਨ, ਇੱਕ ਕਲਾ ਅਵਤਾਰ ਹੁੰਦੇ ਹਨ, ਇੱਕ ਨਿਤ ਅਵਤਾਰ ਹੁੰਦੇ ਹਨ, ਇੱਕ ਨਿਮਿਤ ਅਵਤਾਰ ਹੁੰਦੇ ਹਨ, ਇੱਕ ਪੂਰਨ ਅਵਤਾਰ ਹੁੰਦੇ ਹਨ। ਇਸ ਪ੍ਰਕਾਰ ਇਹ ਅਵਤਾਰ ਪਰਮੇਸ਼ਰ ਦੇ ਹੁਕਮ ਦੇ ਵਿੱਚ ਜਿੰਨੇ ਅਵਤਾਰਾਂ ਦਾ ਨਿਰਣਾ ਕੀਤਾ ਹੈ ਇਹ ਸਾਰੇ ਦੇਵਤਿਆਂ ਦੇ ਅਵਤਾਰ ਹੋਏ ਹਨ। ਸੋ ਅੰਸਾ ਅਵਤਾਰ ਰਾਜੇ ਮਹਾਰਾਜੇ ਜਿਹੜੇ ਸੰਸਾਰ ਵਿੱਚ ਆਉਣ, ਜਿਨ੍ਹਾਂ ਵਿੱਚ ਇੱਕ ਹਕੂਮਤ ਦੇ ਅੰਸ਼ ਹੋਵੇ, ਉਹਨਾਂ ਨੂੰ ਅੰਸਾ ਅਵਤਾਰ ਸਤਿਗੁਰੂ ਜੀ ਨੇ ਕਿਹਾ ਹੈ। ਅੰਸਾ ਅਵਤਾਰ ਉਪਾਇਓਨ ਭਾਉ ਦੂਜਾ ਕੀਆ ਰਾਜੇ ਰਾਜ ਕਮਾਉਂਦੇ ਦੁੱਖ ਸੁਖ ਭਿੜੀਆ। ਸੋ ਅਵੇਸ਼ਾ ਅਵਤਾਰ ਉਹ ਹੁੰਦਾ ਹੈ ਜਿਸ ਦੇ ਵਿੱਚ ਪਹਿਲਾਂ ਕੋਈ ਸ਼ਕਤੀ ਕਲਾ ਕਰਾਮਾਤ ਨਾ ਹੋਵੇ, ਤਪੱਸਿਆ ਕਰਨ ਤੋਂ ਪ੍ਰਾਪਤ ਹੋਵੇ। ਉਹ ਪਰਸ਼ੁਰਾਮ ਵਰਗੇ ਜਿਹੜੇ ਜਮਦਗਨੀ ਦੇ ਪੁੱਤਰ ਸਨ, ਉਹ ਅਵੇਸ਼ਾ ਅਵਤਾਰ ਸੀ। ਸੋ ਸ੍ਰੀ ਰਾਮਚੰਦਰ ਜੀ ਨੇ ਉਹਦੇ ਚਰਨੀ ਹੱਥ ਲਾ ਕੇ ਉਹਦੀ ਸ਼ਕਤੀ ਉਸੇ ਤਰ੍ਹਾਂ ਖਿੱਚ ਲਈ ਸੀ। ਸੋ ਉਹ ਅਵੇਸ਼ਾ ਅਵਤਾਰ। ਇਸੇ ਤਰ੍ਹਾਂ ਕਲਾ ਅਵਤਾਰ ਜਿਨ੍ਹਾਂ ਦੇ ਵਿੱਚ ਗਿਣਤੀ ਮਿਣਤੀ ਦੀ ਕੋਈ ਸ਼ਕਤੀ ਹੋਵੇ, ਜਿਵੇਂ ਮੱਛ ਅਵਤਾਰ, ਜਿਵੇਂ ਕੱਛ ਅਵਤਾਰ, ਜਿਵੇਂ 52 ਅਵਤਾਰ ਹੋਏ। ਸੋ ਇਸ ਤੋਂ ਅੱਗੇ ਸੋ ਦੱਸਦੇ ਹਨ ਨਿਮਿਤ ਅਵਤਾਰ, ਕਿਸੇ ਇੱਕ ਅੱਧੇ ਕਾਰਨ ਨੂੰ ਲੈ ਕੇ, ਕਿਸੇ ਇੱਕ ਵਜ੍ਹਾ ਨੂੰ ਲੈ ਕੇ
ਇੱਕ ਸਬੱਬ ਨੂੰ ਲੈ ਕੇ, ਕਿਸੇ ਇੱਕ ਕੌਤਕ ਨੂੰ ਲੈ ਕੇ ਅਵਤਾਰ ਪ੍ਰਗਟ ਹੋਣਾ ਔਰ ਇੱਕ ਕਾਰਜ ਉਹੀ ਕਰਕੇ ਫਿਰ ਉਹ ਆਪਣਾ ਸਰੂਪ ਅਲੋਪ ਕਰ ਲੈਣਾ। ਜਿਵੇਂ ਨਰਸਿੰਘ ਰੂਪ ਧਾਰਿਆ ਸੀ ਕੇਵਲ ਹਰਨਾਕਸ਼ ਨੂੰ ਮਾਰਨ ਵਾਸਤੇ, ਸੋ ਹੋਰ ਕੋਈ ਕਾਰਨ ਨਹੀਂ ਸੀ, ਹੋਰ ਕੋਈ ਕੌਤਕ ਨਹੀਂ ਕੀਤਾ। ਜਿਵੇਂ ਹੰਸਾ ਅਵਤਾਰ ਧਾਰਿਆ ਸੀ ਕੇਵਲ ਸੰਤ ਸਨੰਦਰ ਸਨਾਤਨ ਸੰਤ ਕੁਮਾਰ ਨੂੰ ਉੱਤਰ ਦੇਣ ਵਾਸਤੇ। ਸੋ ਇਸ ਪ੍ਰਕਾਰ ਜਿਵੇਂ 52 ਅਵਤਾਰ ਧਾਰਿਆ ਸੀ ਕੇਵਲ ਬਲਰਾਜ ਨੂੰ ਛੱਡਣ ਵਾਸਤੇ, ਉਹ ਨਿਮਿਤ ਅਵਤਾਰ ਹੋਇਆ ਕਰਦੇ ਨੇ। ਕਿਸੇ ਇੱਕ ਅੱਧੇ ਕਾਰਨ ਨੂੰ ਲੈ ਕੇ ਅਵਤਾਰ ਧਾਰਨਾ, ਉਹ ਕਾਰਜ ਪੂਰਾ ਕਰਕੇ ਫਿਰ ਆਪਣਾ ਸਰੂਪ ਅਲੋਪ ਕਰ ਲੈਣਾ। ਸੋ ਇਹਨਾਂ ਸਾਰਿਆਂ ਅਵਤਾਰਾਂ ਤੋਂ ਬਾਅਦ ਨਿਤ ਅਵਤਾਰ ਹਨ ਪਰਮੇਸ਼ਰ ਦੇ ਪਿਆਰੇ ਸੰਤ ਭਗਤ ਮਹਾਤਮਾ। ਸੋ ਸੰਸਾਰ ਦੇ ਵਿੱਚ ਕੋਈ ਜਿਵੇਂ ਇੱਕ ਚੱਕਰਵਰਤੀ ਪਾਤਸ਼ਾਹ ਹੋਵੇ, ਉਸ ਦੇ ਕਿਸੇ ਇੱਕ ਹਿੱਸੇ ਦੇ ਵਿੱਚ ਕੋਈ ਗੜਬੜ ਪੈ ਜਾਵੇ, ਕੋਈ ਆਕੀ ਹੋਣ ਲੱਗੇ, ਕੋਈ ਲੋਕ ਆਕੀ ਹੋਣ ਲੱਗਣ, ਉਸ ਬਗਾਵਤ ਨੂੰ ਦਬਾਉਣ ਵਾਸਤੇ ਕੋਈ ਆਪਣਾ ਜਰਨੈਲ ਜਾਂ ਕੋਈ ਲੀਡਰ ਉੱਥੇ ਭੇਜ ਦਿੱਤਾ ਜਾਂਦਾ ਹੈ ਕਿ ਜਾ ਕੇ ਉੱਥੇ ਅਮਨ ਅਮਾਨ ਕਾਇਮ ਕਰ। ਸੋ ਇਸੇ ਤਰ੍ਹਾਂ ਥੋੜੇ ਥੋੜੇ ਨਾਸਤਿਕ ਪੁਣੇ ਨੂੰ ਦਬਾਉਣ ਵਾਸਤੇ ਇਹ ਪਿਛਲੇ ਜਿਹੜੇ ਅਵਤਾਰ ਹਨ ਉਹ ਸਾਰੇ ਸੰਸਾਰ ਵਿੱਚ ਪਰਮੇਸ਼ਰ ਦੇ ਹੁਕਮ ਦੇ ਵਿੱਚ ਵਿਸ਼ਨੂੰ ਜੀ ਦੇ ਅਵਤਾਰ ਇਹ ਆਏ। ਪਰ ਜਦੋਂ ਅਮਨ ਅਮਾਨ ਕਾਇਮ ਹੋ ਜਾਵੇ ਤਾਂ ਉੱਥੇ ਹੋਰ ਅਫਸਰ ਤਾਇਨਾਤ ਕਰ ਦਿੱਤੇ ਜਾਂਦੇ ਨੇ, ਮੁਕਰਰ ਕਰ ਦਿੱਤੇ ਜਾਂਦੇ ਨੇ ਕਿ ਜੋ ਅਮਨ ਅਮਾਨ ਜੋ ਕਾਨੂੰਨ ਬਣਾ ਦਿੱਤਾ ਗਿਆ ਹੈ ਇਹਨੂੰ ਤੁਸੀਂ ਚਲਾਉਣ ਵਾਸਤੇ ਇੱਥੇ ਟਿਕੋ। ਸੋ ਉਹ ਪਰਮੇਸ਼ਰ ਦੀ ਚਲਾਈ ਹੋਈ ਮਰਿਆਦਾ ਨੂੰ ਅੱਗੇ ਜਿਹੜੇ ਚਲਾਉਣ ਵਾਲੇ ਹਨ ਉਹਨਾਂ ਦਾ ਨਾਮ ਨਿਤ ਅਵਤਾਰ ਹੈ। ਉਹ ਨਿਤ ਅਵਤਾਰ ਗੁਰੂ ਕੇ ਸੰਤ ਭਗਤ ਬ੍ਰਹਮ ਗਿਆਨੀ ਤਤਵੇਤੇ ਗੁਰਮੁਖ ਗੁਰਸਿੱਖ ਜਿਹੜੇ ਹਨ ਉਹ ਨਿਤ ਅਵਤਾਰ ਹੋਇਆ ਕਰਦੇ ਹਨ। ਸੋ ਅੱਜ ਆਪਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਦਾ ਪਵਿੱਤਰ ਦਿਹਾੜਾ ਮਨਾ ਰਹੇ ਹਾਂ ਉਹ ਨਿਤ ਅਵਤਾਰਾਂ ਵਿੱਚੋਂ ਹਨ। ਸੋ ਜਿਨ੍ਹਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਔਗੁਣ ਨਹੀਂ, ਗੁਣ ਹੀ ਗੁਣ ਹਨ। ਸਗਲ ਗੁਣ ਅਵਗੁਣ ਨਾ ਕੋਈ ਹੋਏ ਨੀਤਾ ਨੀਤਾ। ਉਹ ਨਿਤ ਰਹਿਣ ਵਾਲੇ ਗੁਰੂ ਕੇ ਪਿਆਰੇ ਹਰ ਮਨ ਤਨ ਵਸਿਆ ਸੋਈ, ਜਾ ਜਾਕਾਰ ਕਰੇ ਸਭ ਕੋਈ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ। ਉਹ ਸਦਾ ਵਾਸਤੇ ਜਿਉਂਦੇ ਜਾਗਦੇ ਪਰਮੇਸ਼ਰ ਦੇ ਪਿਆਰੇ। ਜਿਵੇਂ ਹਰਨਾਕਸ਼ ਨੂੰ ਤਾਂ ਮਰਿਆ ਹੋਇਆ ਸਾਰੇ ਕਹਿ ਦਿੰਦੇ ਨੇ, ਪਰ ਪ੍ਰਹਿਲਾਦ ਕਦੇ ਵੀ ਨਹੀਂ ਮਰਿਆ। ਇਸੇ ਤਰ੍ਹਾਂ ਧਰੂਪ ਭਗਤ ਕਦੇ ਵੀ ਨਹੀਂ ਮਰੇ। ਭਗਤ ਕਬੀਰ ਵਰਗੇ, ਭਗਤ ਨਾਮਦੇਵ ਵਰਗੇ ਸਦਾ ਵਾਸਤੇ ਜਿਉਂਦੇ ਜਾਗਦੇ ਹਨ ਪਰਮੇਸ਼ਰ ਵਿੱਚ ਲੀਨ ਹੋਏ ਕਰਕੇ। ਇਸ ਵਾਸਤੇ ਐਸੇ ਜਿਹੜੇ ਗੁਰਮੁਖ ਸੰਤ ਭਗਤ ਹੋਣ ਉਹਨਾਂ ਨੂੰ ਨਿਤ ਅਵਤਾਰ ਕਰਕੇ ਗੁਰਮੁਖ ਪਿਆਰਿਆਂ ਨੇ ਮੰਨਿਆ ਹੈ। ਸੋ ਜਿਨ੍ਹਾਂ ਗੁਰਮੁਖ ਪਿਆਰਿਆਂ ਦਾ ਅੱਜ ਆਪਾਂ ਇਹ ਪਵਿੱਤਰ ਦਿਨ ਮਨਾ ਰਹੇ ਹਾਂ ਉਹ ਉਹਨਾਂ ਹੀ ਗੁਰਮੁਖ ਪਿਆਰਿਆਂ ਬ੍ਰਹਮ ਗਿਆਨੀਆਂ ਵਿੱਚੋਂ ਜਿਨ੍ਹਾਂ ਨੂੰ ਇਸ ਨਿਤ ਅਵਤਾਰ ਦੀ ਗਿਣਤੀ ਦੇ ਵਿੱਚ ਗਿਣਿਆ ਜਾ ਸਕਦਾ ਹੈ। ਸੋ ਪੂਰਨ ਅਵਤਾਰ ਜਿਵੇਂ ਸ੍ਰੀ ਕ੍ਰਿਸ਼ਨ ਭਗਵਾਨ ਜੀ 16 ਕਲਾ, ਸ੍ਰੀ ਰਾਮਚੰਦਰ ਜੀ 14 ਕਲਾ ਸੰਪੂਰਨ ਹੋਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਅੰਤਰਜਾਮੀ ਤੋਂ ਪਹਿਲਾਂ ਪਹਿਲਾਂ ਇਹ ਸਾਰੇ ਅਵਤਾਰ ਹੋਏ। ਪਰ ਕਲਯੁਗ ਦਾ ਭਿਆਨਕ ਸਮਾਂ ਜਿਹੜਾ ਹੈ ਖਾਲਸਾ ਜੀ, ਇਸ ਦੇ ਵਿੱਚ ਜਿਵੇਂ ਆਪਣੇ ਸਾਰੇ ਇਲਾਕੇ ਦੇ ਵਿੱਚ ਚੱਕਰਵਰਤੀ ਪਾਤਸ਼ਾਹ ਵੇਖ ਲਵੇ ਕਿ ਹੁਣ ਐਸੀ ਬਗਾਵਤ ਫੈਲਣ ਲੱਗੀ ਹੈ, ਮੇਰੇ ਆਪਣੇ ਉੱਥੇ ਪਹੁੰਚਿਆਂ ਤੋਂ ਬਿਨਾਂ ਇਹ ਬਗਾਵਤ ਦਬਾਈ ਨਹੀਂ ਜਾਣੀ, ਉਹਨੂੰ ਆਪ ਚੜ੍ਹ ਕੇ ਜਾਣਾ ਪੈਂਦਾ ਹੈ। ਇਸੇ ਤਰ੍ਹਾਂ ਪਹਿਲੇ ਯੁੱਗਾਂ ਦੇ ਵਿੱਚ ਕੁਝ ਲੋਕ ਨਾਸਤਿਕ ਹੋਏ, ਉਹਨਾਂ ਵਾਸਤੇ ਦੇਵਤਿਆਂ ਦੇ ਅਵਤਾਰਾਂ ਨਾਲ ਸਰ ਗਿਆ। ਪਰ ਕਲਯੁਗ ਦਾ ਜਿਹੜਾ ਬੜਾ ਭਾਰੀ ਭਿਆਨਕ ਸਮਾਂ, ਜਿੱਥੇ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ, ਜਿੱਥੇ ਸਤੀ ਪਾਪ ਕਰ ਸਤ ਕਮਾਹੇ, ਗੁਰ ਦੀਖਿਆ ਕਰ ਦੇਵਣ ਜਾਏ, ਇਸਤਰੀ ਪੁਰਖਾ ਖਟਿਆ ਭਾਓ, ਭਾਵੇਂ ਆਵੋ ਭਾਵੇਂ ਜਾਓ, ਜਿੱਥੇ ਕੱਲ ਹੋਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ, ਔਰ ਆਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕਉ ਖਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਚੇਲੇ ਬੈਠਣ ਘਰਾਂ ਵਿੱਚ ਗੁਰੂ ਉਠ ਘਰੀ ਤਨਾੜੇ ਜਾਈ, ਪਰਜਾ ਅੰਧੀ ਗਿਆਨ ਬਿਨ ਕੂੜ ਕੋ ਸਤ ਮੁਖੋਂ ਅਲਾਈ, ਵਰਤਿਆ ਪਾਪ ਸਭ ਜਗ ਮਾਹੀ, ਜਿੱਥੇ ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡਰਿਆ। ਜਦੋਂ ਧਰਮ ਖੰਭ ਲਾ ਕੇ ਅਲੋਪ ਹੋ ਚੁੱਕਾ ਸੀ, ਸਭ ਥਾਵਾਂ ਤੋਂ ਅਭਾਵ ਹੋ ਚੁੱਕਾ ਸੀ, ਸਭ ਲੋਕ ਨਾਸਤਿਕ ਤੇ ਬੇਈਮਾਨ ਹੋ ਚੁੱਕੇ ਸਨ, ਪਰਜਾ ਸ਼ੰਕਰ ਵਰਨ ਹੋ ਚੁੱਕੀ ਸੀ, ਧੀ ਭੈਣ ਦੀ ਇੱਜ਼ਤ ਦੇ ਸਾਂਝੀ ਨਹੀਂ ਸਨ ਰਹਿ ਗਏ। ਸੋ ਕੂੜ ਅਮਾਵਸ ਸੱਚ ਚੰਦਰਮਾ ਦੀਸਾ ਨਾਹੀਂ ਕਹਿ ਚੜਿਆ, ਝੂਠ ਦੀ ਕਾਲੀ ਬੋਲੀ ਮੱਸਿਆ ਦੀ ਰਾਤ ਪਈ ਹੋਈ ਸੀ। ਸੱਚ ਰੂਪੀ ਚੰਦਰਮਾ ਕਿਸੇ ਵੀ ਹਿਰਦੇ ਰੂਪੀ ਆਕਾਸ਼ ਵਿੱਚ ਚੜਿਆ ਹੋਇਆ ਪ੍ਰਤੀਤ ਨਹੀਂ ਸੀ ਹੋ ਰਿਹਾ। ਜ਼ੁਲਮ ਦਾ, ਭਰਮ ਦਾ, ਵਹਿਮ ਦਾ, ਅਗਿਆਨ ਦਾ ਐਸਾ ਹਨੇਰਾ ਸੀ ਜਿਸ ਨੂੰ ਦੂਰ ਕਰਨ ਵਾਸਤੇ ਜੇ 100 ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸੈਂਕੜੇ ਆਪਣੇ ਵੇਦਾਂ ਦੇ ਗਿਆਨ ਰੂਪੀ ਸੂਰਜ ਚੜ੍ਹਨ ਤੋਂ, ਹਜ਼ਾਰਾਂ ਸ਼ਾਸਤਰਾਂ ਦੇ
ਚੰਦਰਮਾ ਰੂਪੀ ਗਿਆਨ ਚੜ੍ਹਨ ਤੋਂ ਵੀ ਕਿਸੇ ਪ੍ਰਕਾਰ ਵੀ ਇਹ ਹਨੇਰਾ ਜਿਹੜਾ ਦੂਰ ਹੋਣ ਨੂੰ ਸਮਰੱਥ ਨਹੀਂ ਸੀ ਹੋ ਸਕਦਾ। ਉਸ ਅਗਿਆਨ, ਜ਼ੁਲਮ, ਭਰਮ ਤੇ ਵਹਿਮ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਸੋ ਇਹ ਅਕਾਲ ਪੁਰਖ ਨੇ ਜ਼ਰੂਰੀ ਸਮਝਿਆ ਕਿ ਅਸੀਂ ਹੁਣ ਆਪ ਆਪਣਾ ਸਰੂਪ ਪ੍ਰਗਟ ਕਰੀਏ। ਸੋ ਕਲਯੁਗ ਨੂੰ ਤਾਰਨ ਵਾਸਤੇ, ਵਿਛੜੇ ਹੋਏ ਜੀਵਾਂ ਨੂੰ ਮਿਲਣ ਵਾਸਤੇ, ਜੋ ਸਾਰਾ ਸੰਸਾਰ ਈਰਖਾ ਦੀ ਅੱਗ ਵਿੱਚ, ਨਰਕਾਂ ਦੀ ਅੱਗ ਵਿੱਚ, ਗਰਭ ਦੀ ਅੱਗ ਵਿੱਚ, ਵਿਕਾਰਾਂ ਦੀ ਅੱਗ ਵਿੱਚ, ਤ੍ਰਿਸ਼ਨਾ ਦੀ ਅੱਗ ਵਿੱਚ ਸੜ ਪੁੱਜ ਰਿਹਾ ਸੀ, ਇਸ ਜਗਤ ਜਲੰਦੇ ਦੀ ਰੱਖਿਆ ਕਰਨ ਵਾਸਤੇ ਸਭ ਸ੍ਰਿਸ਼ਟੀ ਨੇ ਆਪ ਕੋ ਹਾਰੀਆਂ ਜਦੋਂ ਆਵਾਜ਼ਾਂ ਦਿਲਾਂ ਵਿੱਚੋਂ ਇਹ ਕੱਢੀਆਂ ਸਨ। ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ, ਦੇ ਕੰਨ ਸੁਣੋ ਅਰਦਾਸ ਜੀਓ। ਧਰਤੀ ਨੇ ਪਾਪਾਂ ਦੇ ਭਾਰ ਨਾਲ ਬੇਬਲ ਹੋਈ ਨੇ ਬੇਨਤੀ ਕੀਤੀ ਸੀ ਕਿ ਮੈਂ ਹੁਣ ਨਿੱਘਰਦੀ ਹੋਈ ਨਰਕਾਂ ਨੂੰ ਜਾ ਰਹੀ ਹਾਂ। ਧਰਮ ਰੂਪੀ ਬਲਦ ਦੇ 4 ਪੈਰ ਜਿਹੜੇ 7 ਤਪ, ਸੌਚ ਤੇ ਦਾਨ ਸਨ, ਉਹਨਾਂ ਵਿੱਚੋਂ ਕੇਵਲ ਇੱਕੋ ਇੱਕ ਦਾਨ ਹੀ ਇੱਕ ਪੈਰ ਰਹਿ ਗਿਆ ਹੈ। ਇੱਕ ਪੈਰ ਦੇ ਭਾਰ ਮੈਥੋਂ ਖੜੇ ਨਹੀਂ ਹੋਇਆ ਜਾ ਸਕਦਾ। ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਉਸ ਮੌਕੇ ਤੇ ਸੱਚੇ ਸੁਣਿਆ ਕੰਨ ਦੇ, ਧੀਰਕ ਦੇਵਾ ਸਾਹੇ ਸੁਭਾਏ। ਸੱਚੇ ਅਕਾਲ ਪੁਰਖ ਨੇ ਇਸ ਬੇਨਤੀ ਨੂੰ ਸੁਣਿਆ। ਅੰਮ੍ਰਿਤ ਵੇਲੇ ਬੋਲਿਆ ਬਬੀਹਾ, ਤਾਂ ਦਰ ਸੁਣੀ ਪੁਕਾਰ, ਮੇਘਾ ਨੋ ਫਰਮਾਨ ਹੋਆ ਵਰਸੋ ਕਿਰਪਾ ਤਹਾਰ। ਉਸ ਮੌਕੇ ਤੇ ਖਾਲਸਾ ਜੀ ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਅਕਾਲ ਪੁਰਖ ਨੇ ਬੇਨਤੀ ਪ੍ਰਵਾਨ ਕਰਕੇ ਆਪਣੇ ਨਿਰਗੁਣ ਸਰੂਪ ਨੂੰ ਸਰਗੁਣ ਸਰੂਪ ਬਣਾ ਕਰਕੇ ਆਪਣਾ ਗੁਰੂ ਨਾਨਕ ਨਾਮ ਰਖਾ ਕਰਕੇ ਆਪ ਹੀ ਸੰਸਾਰ ਵਿੱਚ ਪਾਠ ਆਇਆ, ਆਪ ਹੀ ਚੱਲ ਆਏ ਹਨ। ਆਪ ਨਾਰਾਇਣ ਕਲਾ ਤਹਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਹ ਕਹਿ ਤਹ ਭਰਪੂਰ ਸ਼ਬਦ ਦੀਪਕ ਦੀਪਾਇਓ, ਜਹ ਸਿੱਖਿਆ ਸੰਗ੍ਰਹਿ ਤਤ ਹਰ ਚਰਨ ਮਿਲਾਇਓ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਰੇ ਕਿ ਆਪ ਇਹ ਪਹਿਲੇ ਜਿਹੜੇ 6 ਪ੍ਰਕਾਰ ਦੇ ਅਵਤਾਰ ਹਨ ਉਹਨਾਂ ਵਿੱਚੋਂ ਨਹੀਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਅਵਤਾਰ ਹਨ। ਸੋ ਰੋਮ ਰੋਮ ਕੋਟ ਬ੍ਰਹਮਾਂਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਜਿਨ੍ਹਾਂ ਦੇ ਰੋਮ ਰੋਮ ਦੇ ਵਿੱਚ ਕਰੋੜਾਂ ਖੰਡ ਬ੍ਰਹਮੰਡ ਹਨ, ਉਹਨਾਂ ਨੇ ਆਪਣਾ ਸਰਗੁਣ ਸਰੂਪ ਧਾਰ ਕਰਕੇ ਸਾਨੂੰ ਦਰਸ਼ਨ ਦਿੱਤੇ ਹਨ। ਜੋ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੈ ਨਿਤ ਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਉਹ ਕਰੋੜਾਂ ਖੰਡਾਂ ਬ੍ਰਹਮੰਡਾਂ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਵਿੱਚ ਪ੍ਰਗਟੇ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਸੂਰਜ ਦੇ ਚੰਨ ਤੋਂ ਜਿਵੇਂ ਸਾਰਾ ਹਨੇਰਾ ਦੂਰ ਹੋ ਜਾਂਦਾ ਹੈ, ਜਿਵੇਂ ਤਾਰੇ ਆਕਾਸ਼ ਵਿੱਚ ਹੁੰਦੇ ਹੋਏ ਤ੍ਰਿਉਧਾਨ ਹੋ ਜਾਂਦੇ ਹਨ, ਸੋ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਸੂਰਜ ਦੀ ਨਿਆਈ ਆਪ ਪ੍ਰਗਟੇ ਹਨ। ਸੋ ਸੂਰਜ ਤੋਂ ਛੁੱਟ ਬਾਕੀ ਦੀਆਂ ਜਿੰਨੀਆਂ ਰੋਸ਼ਨੀਆਂ ਹਨ ਉਹ ਸਾਰੀਆਂ ਪੂਰਾ ਹਨੇਰਾ ਚੱਕਣ ਨੂੰ ਸਮਰੱਥ ਨਹੀਂ, ਸੂਰਜ ਹੀ ਸਾਰਾ ਹਨੇਰਾ ਚੱਕ ਸਕਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਦੋਂ ਸੂਰਜ ਦੀ ਨਿਆਈ ਪ੍ਰਗਟ ਹੋਏ, ਆਪ ਜੀ ਨੇ ਹਨੇਰਾ ਚੱਕਿਆ ਕਿਵੇਂ? ਸੂਰਜ ਆਪਣੀਆਂ ਕਿਰਨਾਂ ਦੇ ਨਾਲ, ਆਪਣੀ ਧੁੱਪ ਦੇ ਨਾਲ ਹਨੇਰਾ ਚੱਕਦਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋਂ ਜੋ ਤੁਰਕੀ ਬਾਣੀ ਦਾ ਫਰਮਾਨ ਹੋਇਆ ਹੈ, ਬਾਣੀ ਮੁਖੋਂ ਉਚਾਰਿਆ ਹੋਏ ਰੁਸ਼ਨਾਈ ਮਿਟੈ ਅੰਧਿਆਰਾ। ਭਾਈ ਗੁਰਦਾਸ ਸਾਹਿਬ ਜੀ ਨੇ ਫਰਮਾਇਆ ਜੋ ਸਤਿਗੁਰੂ ਜੀ ਨੇ ਤੁਰਕੀ ਬਾਣੀ ਰਸਨਾ ਤੋਂ ਉਚਾਰਨ ਕੀਤੀ ਹੈ, ਇਸ ਦੇ ਨਾਲ ਸਾਰਾ ਅਗਿਆਨ ਦਾ ਹਨੇਰਾ ਦੂਰ ਹੋਇਆ ਹੈ। ਸੋ ਚਾਨਣ ਤੇ ਪ੍ਰਕਾਸ਼ ਕੀਤਾ ਹੈ। ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਗੁਰੂ ਕੀ ਬਾਣੀ ਇਸ ਸੰਸਾਰ ਦੇ ਵਿੱਚ ਨੌਸ਼ਰ ਮਨਾਰਾ ਹੈ। ਭਾਗਾਂ ਵਾਲਿਆਂ ਦੇ ਹਿਰਦੇ ਵਿੱਚ ਆ ਕੇ ਗੁਰੂ ਕੀ ਬਾਣੀ ਦਾ ਨਿਵਾਸ ਹੁੰਦਾ ਹੈ। ਜਿਸ ਹਿਰਦੇ ਵਿੱਚ ਨਿਵਾਸ ਹੋ ਜਾਵੇ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਉ ਅੰਧਕਾਰ ਤੇ ਮੰਦਰ, ਰਤਨ ਕੋਸ਼ੜੀ ਖੁੱਲੀ ਅਨੂਪਾ। ਉਸ ਹਿਰਦੇ ਵਿੱਚੋਂ ਸਾਰੇ ਪ੍ਰਕਾਰ ਦਾ ਹਨੇਰਾ ਦੂਰ ਹੋ ਕੇ ਗਿਆਨ ਦਾ ਪ੍ਰਕਾਸ਼ ਗੁਰੂ ਕੀ ਬਾਣੀ ਦੀ ਕਿਰਪਾ ਦੇ ਨਾਲ ਹੋ ਜਾਂਦਾ ਹੈ। ਸੋ ਧੰਨ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ, ਬੱਦਲ ਰੂਪ ਹੋ ਕਰਕੇ ਵਰਖਾ ਆਪ ਜੀ ਨੇ ਕੀਤੀ ਹੈ। ਸਤਿਗੁਰੂ ਜੀ ਦੀ ਤੁਰਕੀ ਬਾਣੀ ਤੋਂ ਪਹਿਲਾਂ ਵੀ ਕੁਝ ਬਾਣੀਆਂ ਸਨ। ਇੱਕ ਮੁਕਤਸਰ ਸਾਹਿਬ ਮਿਲਿਆ ਸੀ, ਉਹ ਕਹਿਣ ਲੱਗਾ ਜੀ ਜੋ ਇਹ ਬਚਨ ਹਨ, ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੁਰਕੀ ਬਾਣੀ ਕਿਵੇਂ ਹੈ? ਅਸੀਂ ਨਹੀਂ ਮੰਨਦੇ, ਕਿਉਂਕਿ ਇਸ ਬਾਣੀ ਬੜੀ ਨੂੰ ਕੇਵਲ 400 ਸਾਲ 500 ਸਾਲ ਮੰਨ ਲੈਂਦੇ ਹੋਇਆ ਹੈ। ਪਰ ਇਸ ਤੋਂ ਪਹਿਲਾਂ ਵੇਦ ਬਾਣੀ, ਪੁਰਾਣ ਬਾਣੀ, ਕੁਰਾਨ ਬਾਣੀ, ਸਿਮਰਤੀਆਂ ਦੀ ਬਾਣੀ, ਸ਼ਾਸਤਰਾਂ ਦੀ ਬਾਣੀ, ਸੋ ਮੁੱਢਲੀ ਬਾਣੀ ਤੋਂ ਮੰਨਣੀ ਚਾਹੀਦੀ ਹੈ। ਇਸ ਵਾਸਤੇ ਇਹ ਤੁਰਕੀ ਬਾਣੀ ਕਿਵੇਂ ਹੋਈ? ਮੈਂ ਪੁੱਛਿਆ ਕਿ ਤੁਸੀਂ ਤੁਰਕੀ ਨੂੰ ਕਹਿੰਦੇ ਹੋ? ਕਹਿੰਦੇ ਤੁਰ ਤਾਂ ਸਤਿਯੁਗ ਹੀ ਹੋਇਆ ਨਾ, ਉਸ ਤੋਂ ਅੱਗੇ ਤ੍ਰੇਤਾ ਆਇਆ, ਦੁਆਪਰ ਆਇਆ, ਕਲਯੁਗ ਆਇਆ। ਮੈਂ ਬੇਨਤੀ ਕੀਤੀ ਕਿ ਤੁਹਾਨੂੰ ਇਹ ਵੱਡਾ ਭਾਰੀ ਭੁਲੇਖਾ ਹੈ, ਤੁਸੀਂ ਸਤਿਯੁਗ ਨੂੰ ਮੁੱਢ ਮੰਨ ਲਿਆ, ਧੁਰ ਮੰਨ ਲਿਆ। ਮੈਂ ਬੇਨਤੀ ਕੀਤੀ ਹੁਣ ਕਲਯੁਗ ਤੋਂ ਬਾਅਦ ਕੀ ਆਵੇਗਾ?
ਤੁਹਾਡਾ ਕੀ ਅਨੁਮਾਨ ਹੈ? ਕਹਿੰਦੇ ਆਖੇ ਕਲਯੁਗ ਤੋਂ ਬਾਅਦ ਸਤਯੁਗ ਆਵੇਗਾ। ਫਿਰ ਬੇਨਤੀ ਕੀਤੀ ਕਿ ਸਤਯੁਗ ਦਾ ਮੁੱਢ ਫਿਰ ਕਲਯੁਗ ਹੋਇਆ ਨਾ, ਤੇ ਕਲਯੁਗ ਦਾ ਮੁੱਢ ਤ੍ਰੇਤਾ ਹੋਇਆ, ਤ੍ਰੇਤੇ ਦਾ ਮੁੱਢ ਦੁਆਪਰ ਹੋਇਆ, ਦੁਆਪਰ ਦਾ ਮੁੱਢ ਸਤਯੁਗ ਹੋਇਆ, ਤੇ ਸਤਯੁਗ ਦਾ ਮੁੱਢ ਫਿਰ ਕਲਯੁਗ ਹੋਇਆ। ਜਿਹੜੀ ਚੀਜ਼ ਬਦਲਦੀ ਰਹਿਣ ਵਾਲੀ ਹੈ ਉਹ ਕਦੇ ਮੁੱਢ ਨਹੀਂ ਹੋ ਸਕਦੀ। ਇਸ ਵਾਸਤੇ ਸਤਯੁਗ ਨੂੰ ਮੁੱਢ ਮੰਨਣਾ ਇਹ ਅਤਿਅੰਤ ਗਲਤੀ ਹੈ, ਇਹ ਭੁਲੇਖਾ ਹੈ। ਮੁੱਢ ਕੌਣ ਹੈ? ਅਕਾਲ ਪੁਰਖ ਆਪ, ਜਿਸ ਤੋਂ ਇਹ ਸਾਰੀਆਂ ਚੀਜ਼ਾਂ ਪੈਦਾ ਹੋਈਆਂ ਨੇ। ਇਸ ਵਾਸਤੇ ਇਹ ਮੁੱਢ ਤੋਂ ਧੁਰ ਦਾ ਭਾਵ ਹੈ ਅਕਾਲ ਪੁਰਖ ਤੋਂ ਇਹ ਬਾਣੀ ਆਈ ਹੈ। ਬਾਕੀ ਜਿੰਨੀ ਬਾਣੀ ਹੈ ਉਸ ਤੇ ਅਸੀਂ ਕਿੰਤੂ ਨਹੀਂ ਕਰਦੇ, ਸਮੇਂ ਸਮੇਂ ਸਿਰ ਚੰਗੀ ਸੀ ਜਿਵੇਂ ਸੀ, ਪਰ ਉਹ ਬਾਣੀ ਧੁਰ ਤੋਂ ਆਈ ਹੋਈ ਬਾਣੀ ਨਹੀਂ। ਉਹ ਬਾਣੀ ਰਿਸ਼ੀਆਂ ਮੁਨੀਆਂ ਨੇ ਇੱਥੇ ਆ ਕੇ ਉਚਾਰਨ ਕੀਤੀ ਹੈ। ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਨਹੀਂ ਆਪੋ ਉਚਾਰਦੇ, ਅਸੀਂ ਤਾਂ ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਮੇ ਲਾ ਲੋ। ਜਿਹੋ ਜੀ ਬਾਣੀ ਸਾਨੂੰ ਅਕਾਲ ਪੁਰਖ ਵੱਲੋਂ ਆ ਰਹੀ ਹੈ, ਸੁਫਰਨ ਹੋ ਰਹੀ ਹੈ, ਉਸੇ ਦੀ ਅਸੀਂ ਵਿਆਖਿਆ ਅੱਗੇ ਕਰ ਰਹੇ ਹਾਂ, ਉਹੀ ਉਚਾਰ ਕੇ ਸੁਣਾ ਰਹੇ ਹਾਂ। ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਅਸੀਂ ਆਪੋ ਤਾਂ ਬੋਲਣ ਹੀ ਨਹੀਂ ਜਾਣਦੇ, ਜੋ ਹੁਕਮ ਆ ਰਿਹਾ ਹੈ ਅਕਾਲ ਪੁਰਖ ਵੱਲੋਂ ਉਹ ਅਸੀਂ ਉਚਾਰ ਰਹੇ ਹਾਂ। ਇਸ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਕੇਵਲ ਧੁਰ ਕੀ ਬਾਣੀ ਹੈ, ਔਰ ਧੁਰ ਨਾਮ ਅਕਾਲ ਪੁਰਖ ਦਾ ਹੈ, ਧੁਰ ਨਾਮ ਸੱਚਖੰਡ ਦਾ ਹੈ। ਸੋ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਬਾਕੀ ਪਹਿਲੀਆਂ ਬਾਣੀਆਂ ਵੀ ਸਤਿਕਾਰਯੋਗ ਹਨ, ਪਰ ਉਹਨਾਂ ਬਾਰੇ ਬਚਨ ਹਨ। ਕਰਮ ਅਕਰਮ ਵਿਚਾਰੀਆ ਸੰਕਾ ਸੁਨ ਵੇਦ ਪੁਰਾਨ, ਸੰਸਾ ਸਦ ਹਿਰਦਾ ਵਸੈ ਕੌਣ ਹਿਰੈ ਅਭਿਮਾਨ। वेद कतेब इफ्तरा भाई दिल का फिक्र न जाए, टुक दम करारी जो करो हाजिर हजूर खुदाए। वो जिहड़ियां पिछलियां बाणियां सन वो सारियां वास्ते सांझियां नहीं सन, वो एक खूह दे जल दी न्याई सन। सतगुरु तीसरे पातशाह दे उपर भी पंडितां ने शंका कीती सी कि जदों पुराणियां बाणियां हैगियां साडे पास, शास्त्र सिमरत पुराणी आदि पुराणां दीयां, ਇਹ ਤੁਸੀਂ ਨਵੀਂ ਬਾਣੀ ਕਿਉਂ ਉਚਾਰਨ ਕੀਤੀ? ਇਹਦਾ ਫਾਇਦਾ ਕੀ? ਤੁਹਾਡੀ ਬਾਣੀ ਸੋ ਵੇਦਾਂ ਦੇ ਅਨੁਸਾਰ ਹੈ ਕਿ ਵਿਰੁੱਧ ਹੈ? ਹਜੂਰ ਸੱਚੇ ਪਾਤਸ਼ਾਹ ਨੇ ਕਿਹਾ ਕਿ ਨਾ ਵੇਦਾਂ ਦੇ ਅਨੁਸਾਰ ਤੇ ਨਾ ਵੇਦਾਂ ਦੇ ਵਿਰੁੱਧ। ਵੇਦਾਂ ਦੇ ਅਨੁਸਾਰ ਇਸ ਕਰਕੇ ਨਹੀਂ ਕਿਉਂਕਿ ਵੇਦਾਂ ਵਿੱਚ ਕੇਵਲ ਕਰਮ ਕਾਂਡ ਦਾ ਕਥਨ ਬਹੁਤਾ ਹੈ, ਤਿੰਨਾਂ ਗੁਣਾਂ ਨੂੰ ਕਥਨ ਕਰਨ ਵਾਲੀ ਵੇਦ ਬਾਣੀ ਹੈ। ਕਰਮ, ਉਪਾਸ਼ਨਾ ਤੇ ਗਿਆਨ ਨੂੰ, ਉਹ ਗਿਆਨ ਵੀ ਨਾਨਾ ਪ੍ਰਕਾਰ ਦਾ ਹੈ। ਇਸ ਵਾਸਤੇ ਗੁਰੂ ਕੀ ਬਾਣੀ ਕਰਮ ਉਪਾਸ਼ਨਾ ਗਿਆਨ ਤੱਕ ਹੀ ਕੇਵਲ ਮਹਦੂਦ ਨਹੀਂ, ਇਸ ਵਾਸਤੇ ਵੇਦਾਂ ਦੇ ਅਨੁਸਾਰ ਨਹੀਂ। ਤੇ ਵੇਦਾਂ ਦੇ ਵਿਰੁੱਧ ਕਿਉਂ ਨਹੀਂ? ਕਹਿੰਦੇ ਵੇਦ ਵੀ ਇੱਕੇ ਦਾ ਕਥਨ ਕਰਦੇ ਨੇ, ਗੁਰੂ ਕੀ ਬਾਣੀ ਵੀ ਇੱਕੋ ਦਾ ਕਥਨ ਕਰਦੀ ਹੈ। ਸੋ ਜਿੱਥੇ ਇੱਕ ਦਾ ਕਥਨ ਕਰਨ ਵਾਲੇ ਮਹਾਵਾਕ ਹਨ ਵੇਦਾਂ ਵਿੱਚ, ਉੱਥੇ ਅਨੁਸਾਰ ਹੈ, ਦੂਜੀ ਥਾਵਾਂ ਤੇ ਨਹੀਂ। ਇਸ ਵਾਸਤੇ ਨਾ ਵੇਦਾਂ ਦੇ ਅਨੁਸਾਰ ਤੇ ਨਾ ਵੇਦਾਂ ਦੇ ਵਿਰੁੱਧ ਗੁਰੂ ਕੀ ਬਾਣੀ ਸੁਤੰਤਰ ਹੈ। ਫਿਰ ਕਹਿੰਦੇ ਜੀ ਇਸ ਦੀ ਰਚਨ ਦੀ ਲੋੜ ਕੀ ਪਈ? सतगुरु तीसरे पातशाह जी ने बचन कीते, जैसी धरती ऊपर मेघला बरसत है, क्या धरती मध्य पानी नाही, जैसे धरती मध्य पानी प्रगासिया, विण पग्गा वरसत फिराही, बाबा तू ऐसे भरम चुका है। हजूर सच्चे पातशाह कहने लगे ठीक है, ਜਿਹੜੀ ਬਾਣੀ ਤੁਸੀਂ ਕਹਿੰਦੇ ਹੋ ਉਹਨਾਂ ਵਿੱਚ ਵੀ ਗਿਆਨ ਹੈ, ਪਰ ਉਸ ਗਿਆਨ ਨੂੰ ਪ੍ਰਾਪਤ ਕਰਨਾ ਕਠਿਨ ਬੜਾ ਭਾਰੀ ਹੈ। ਹਜੂਰ ਸੱਚੇ ਪਾਤਸ਼ਾਹ ਕਹਿੰਦੇ ਜੈਸੀ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਹੀਂ। ਧਰਤੀ ਤੇ ਕਿਤੇ ਵੀ ਜਾਈਏ ਉਹਦੇ ਥੱਲੇ ਪਾਣੀ ਜ਼ਰੂਰ ਹੈ। ਇਹ ਵੱਖਰੀ ਗੱਲ ਹੈ, ਕਿਤੇ ਉੱਚਾ ਹੈ, ਕਿਤੇ ਡੂੰਘਾ ਹੈ, ਕਿਤੇ ਹੋਰ ਨੀਵਾਂ ਹੈ, ਕਿਤੇ ਹੋਰ ਨੀਵਾਂ ਹੈ, ਕਿਤੇ ਕੌੜਾ ਵੀ ਨਿਕਲ ਸਕਦਾ, ਕਿਤੇ ਮਿੱਠਾ ਨਿਕਲ ਸਕਦਾ, ਪਰ ਹੈ ਜ਼ਰੂਰ। ਬਠਿੰਡੇ ਦੀ ਧਰਤੀ ਵਿੱਚ ਪਰੇ ਬੀਕਾਨੇਰ ਵੱਲ ਵੀ ਪਾਣੀ ਜ਼ਰੂਰ ਹੈ, ਭਾਵੇਂ ਡੂੰਘਾ ਹੈ, ਪਰ ਉਹ ਥੱਲੇ ਪਾਣੀ ਦੇ ਹੁੰਦਿਆਂ ਹੋਇਆਂ ਉੱਪਰ ਜਿਹੜਾ ਪਾਣੀ ਹੈ ਉਸ ਦੇ ਵੀ ਹੁੰਦਿਆਂ ਹੋਇਆਂ ਜਦੋਂ ਤੱਕ ਮੀਂਹ ਨਹੀਂ ਪੈਂਦਾ ਤਦੋਂ ਤੱਕ ਖੇਤੀਆਂ ਸਰਸਬਜ਼ ਤੇ ਚੰਗੀਆਂ ਠੀਕ ਨਹੀਂ ਰਹਿ ਸਕਦੀਆਂ। ਮੀਂਹ ਨਾ ਪਵੇ ਤਾਂ ਖੂਹਾਂ ਦਾ ਪਾਣੀ ਵੀ ਕੌੜਾ ਹੋ ਜਾਂਦਾ ਹੈ, ਨਦੀਆਂ ਨਾਲਿਆਂ ਦਾ ਪਾਣੀ ਵੀ ਖਰਾਬ ਹੋ ਜਾਂਦਾ ਹੈ, ਬਲਕਿ ਨਦੀਆਂ ਨਾਲੇ ਚੱਲਣਗੇ ਕਿੱਥੋਂ ਜਦੋਂ ਮੀਂਹ ਪਿਆ ਹੀ ਨਾ। ਇਸ ਵਾਸਤੇ ਵਰਖਾ ਦੇ ਰੁੱਤ ਦੀ ਬੜੀ ਭਾਰੀ ਜ਼ਰੂਰਤ ਹੈ। ਪਾਣੀ ਧਰਤੀ ਦੇ ਵਿੱਚ ਹੁੰਦਿਆਂ ਹੋਇਆਂ ਵੀ ਜਿਵੇਂ ਮੀਂਹ ਦੀ ਜ਼ਰੂਰਤ ਹੈ, ਇਸੇ ਤਰ੍ਹਾਂ ਵੇਦਾਂ ਸ਼ਾਸਤਰਾਂ ਦਾ ਗਿਆਨ ਹੁੰਦਿਆਂ ਹੋਇਆਂ ਵੀ ਫਿਰ ਵੀ ਗੁਰੂ ਕੀ ਬਾਣੀ ਦੀ ਬੜੀ ਭਾਰੀ ਜ਼ਰੂਰਤ ਸੀ। ਕਹਿੰਦੇ ਜੀ ਕਾਰਨ ਕੀ ਦੱਸੋ? ਹਜੂਰ ਕਹਿਣ ਲੱਗੇ ਜਿਵੇਂ ਬਠਿੰਡੇ ਦੀ ਧਰਤੀ ਵਿੱਚੋਂ ਪਾਣੀ ਪੱਟਣਾ ਚਾਹੀਏ, ਕੱਢਣਾ ਚਾਹੀਏ, ਬੜਾ ਔਖਾ ਹੈ। ਇਸੇ ਤਰ੍ਹਾਂ ਜਿਹੜੀ ਵੇਦ ਵਿਦਿਆ ਹੈ ਇਹਦਾ ਪੜ੍ਹਨਾ ਬੜਾ ਭਾਰੀ ਕਠਿਨ। ਪਹਿਲਾਂ 12 ਸਾਲਾਂ ਵਿੱਚ ਜੋਤਿਸ਼, ਪਿੰਗਲ, ਵਿਆਕਰਨ, ਸੋ ਸਿੱਖਿਆ, ਕਲਪ ਤੇ ਨਿਰੁਕਤ, ਇਹ ਖੱਟ ਅੰਗ ਪਹਿਲਾਂ 6 ਅੰਗ ਵੇਦ ਦੇ 12 ਸਾਲਾਂ ਵਿੱਚ ਕੋਈ ਪੜ੍ਹੇ, ਫਿਰ ਕਿਤੇ ਵੇਦ ਦੇ ਪੜ੍ਹਨ ਦਾ ਅਧਿਕਾਰੀ ਬਣ ਸਕਦਾ, ਫਿਰ ਕਿਤੇ ਵਿਦਿਆਰਥੀ ਬਣ ਸਕਦਾ। ਕੇਵਲ 12 ਸਾਲ ਫਿਰ ਵਿਦਿਆ ਪੜ੍ਹੇ, ਫਿਰ ਉਹਨੂੰ ਆਪਣੀ ਦੇਸ਼ ਬੋਲੀ ਭੁੱਲ ਜਾਵੇਗੀ, ਉਹੀ ਬੋਲੀ ਕੇਵਲ ਚੇਤੇ ਰਹਿ ਜਾਵੇਗੀ। ਫਿਰ ਉਹਨੂੰ ਦੇਸ਼ ਬੋਲੀ ਵਿੱਚ ਜੇ ਵਿਆਖਿਆ ਕਰਕੇ ਸਮਝਾਉਣ ਦਾ ਯਤਨ ਕਰੇਗਾ ਤਾਂ ਸਮਝਾ ਨਹੀਂ ਸਕੇਗਾ।
इस वास्ते वेद विद्या पढ़नी इन्नी कठिन है जिवें बीकानेर की धरती दे विच खूह पट के थल्लियों कोई पानी कढ़ना है। यह बड़ा भारी औखा ते मुश्किल है। फिर जे कोई खूह कढ़ भी लेंदा है, उस खूह ते अपना कब्जा कर लेंदा है। वो कहंदा मैं दूसरे नूं पानी नहीं देना। ये कोई एक अद्धा मिनट तरला करे, किसी कदे दा कोई क्यारा दो क्यारे भावें कोई सिंज देवे, नहीं तो नहीं। इसे तरह पंडितो जिहड़ी वेद विद्या सी तुहाडी, तुसीं कब्जा ही इहदे ते आप कर लिया। तुसीं कहा कि केवल इहनूं ब्राह्मण ही पढ़ सकते हैं, होर किसी नूं पढ़न दा अधिकार नहीं। छतरी केवल सुन सकता है, बैस ते शूद्र नूं कोई अधिकार नहीं कि वह वेद विद्या पढ़ सके। इस वास्ते तुहाडे जिहड़ी इह वेद विद्या सी केवल खूह दे पानी दी नहीं आई, ਉਹ ਵੀ ਬੜੀ ਭਾਰੀ ਕਠਿਨ ਪ੍ਰਾਪਤ ਹੋਣ ਵਾਲੀ, ਬਾਕੀਆਂ ਨੂੰ ਤੁਸੀਂ ਅਧਿਕਾਰ ਹੀ ਨਾ ਰਹਿਣ ਦਿੱਤਾ। ਜੋ ਇਹ ਤੁਰਕੀ ਬਾਣੀ ਉਚਾਰ ਰਹੇ ਹਾਂ, ਹਜੂਰ ਕਹਿਣ ਲੱਗੇ ਕਨ ਗਰਜਿਤ ਗੋਬਿੰਦ ਰੂਪ, ਸਤਿਗੁਰੂ ਨਾਨਕ ਸਾਹਿਬ ਜੀ ਬੱਦਲ ਰੂਪ ਹੋ ਕਰਕੇ ਵਰੇ ਔਰ ਗਰਜ ਗਰਜ ਕੇ ਕੀਰਤਨ ਦੀਆਂ ਗਰਜਾਂ ਪਾਈਆਂ। ਜਿਵੇਂ ਬੱਦਲ ਦਾ ਜਿਹੜਾ ਮੀਂਹ ਹੈ ਉਹਦਾ ਹਰੇਕ ਨੂੰ ਅਧਿਕਾਰ ਹੈ। ਉਹ ਰਾਜੇ ਦੇ ਮਹਿਲਾਂ ਤੇ ਵੀ ਪੈਂਦਾ, ਉਹ ਗਰੀਬਾਂ ਦੀ ਕੁੱਖਾਂ ਆਪਣੀ ਕੱਖਾਂ ਦੀ ਕੁੱਲੀ ਤੇ ਵੀ ਪੈਂਦਾ ਹੈ, ਉਹ ਮਾੜਿਆਂ ਥਾਵਾਂ ਤੇ ਵੀ ਪੈਂਦਾ, ਉਹ ਚੰਗੀਆਂ ਥਾਵਾਂ ਤੇ ਵੀ ਪੈਂਦਾ, ਉਹ ਉੱਚੀਆਂ ਥਾਵਾਂ ਤੇ ਵੀ ਪੈਂਦਾ, ਉਹ ਨੀਵੀਆਂ ਥਾਵਾਂ ਤੇ ਵੀ ਪੈਂਦਾ ਹੈ, ਉਹ ਸਰੋਵਰਾਂ ਤੇ ਸਮੁੰਦਰਾਂ ਵਿੱਚ ਵੀ ਪੈਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਆਪ ਬੱਦਲ ਰੂਪ ਹੋ ਕਰਕੇ ਗਰਜੇ। ਸੋ ਰਾਜਿਆਂ ਨੂੰ ਵੀ ਪਵਿੱਤਰ ਉਪਦੇਸ਼ ਦਿੱਤਾ, ਭਾਈ ਲਾਲੋ ਨੂੰ ਵੀ ਪਵਿੱਤਰ ਉਪਦੇਸ਼ ਦਿੱਤਾ, ਤੇ ਮਾੜਿਆਂ ਥਾਵਾਂ ਦੀ ਨਿਆਈ ਸੱਜਣ ਠੱਗ ਤੇ ਵੀ ਕਿਰਪਾ ਕੀਤੀ, ਕੌਡੇ ਰਾਖਸ਼ ਤੇ ਵੀ ਮਿਹਰ ਕੀਤੀ। ਜਿਹੜੇ ਉੱਚੇ ਚੰਗੇ ਜੀਵਨ ਵਾਲੇ ਭਾਈ ਭਗੀਰਥ ਤੇ ਸਧਾਰਨ ਵਰਗੇ ਸਨ, ਉਹਨਾਂ ਤੇ ਵੀ ਆਪ ਜੀ ਨੇ ਮਿਹਰ ਕੀਤੀ। ਉੱਚੇ ਉੱਚੇ ਟਿੱਬਿਆਂ ਤੇ ਚੜੇ ਹੋਏ ਜਿਹੜੇ ਵਲੀ ਕੰਧਾਰੀ ਵਰਗੇ ਹੰਕਾਰ ਦੇ ਭਰੇ ਹੋਏ, ਉਹਨਾਂ ਤੇ ਵੀ ਮਿਹਰ ਕੀਤੀ। ਤੇ ਨਿਮਰਤਾ ਦੇ ਸਰੋਵਰ ਜਿਹੜੇ ਬਣੇ ਬੈਠੇ ਸਨ, ਉਹਨਾਂ ਤੇ ਵੀ ਬਖਸ਼ਿਸ਼ ਕੀਤੀ। ਜਿਹੜੇ ਗਿਆਨ ਦੇ ਨਦੀਆਂ ਤੇ ਨਾਲੇ ਕਹਾਉਂਦੇ ਸਨ, ਵੱਡੇ ਵੱਡੇ ਪੰਡਤ, ਸੋ ਕਾਂਸ਼ੀ ਵਿੱਚ ਜਾ ਕੇ ਉਹਨਾਂ ਤੇ ਵੀ ਬਖਸ਼ਿਸ਼ ਕੀਤੀ। ਔਰ ਮੱਕੇ ਤੇ ਮਦੀਨੇ ਵਿੱਚ ਪਹੁੰਚ ਕਰਕੇ ਜਿਹੜੇ ਆਪਣੇ ਆਪ ਨੂੰ ਸਮੁੰਦਰ ਕਹਾਉਂਦੇ ਸਨ, ਅਸੀਂ ਗਿਆਨ ਦੇ ਸਮੁੰਦਰ ਹਾਂ, ਉਹਨਾਂ ਤੇ ਵੀ ਬਖਸ਼ਿਸ਼ ਕੀਤੀ, ਉਹਨਾਂ ਦਾ ਖਾਰਾ ਪੁਣਾ ਵੀ ਚੱਕਿਆ। ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਅਧਿਕਾਰ ਜਿੱਥੇ ਰਾਜਿਆਂ ਨੂੰ ਹੈ, ਉੱਥੇ ਗਰੀਬਾਂ ਨੂੰ ਵੀ ਹੈ, ਜਿੱਥੇ ਬ੍ਰਾਹਮਣਾਂ ਨੂੰ ਹੈ, ਉੱਥੇ ਛਤਰੀਆਂ ਨੂੰ ਵੀ ਹੈ, ਉੱਥੇ ਵੈਸਾਂ ਨੂੰ ਤੇ ਉੱਥੇ ਸ਼ੂਦਰਾਂ ਨੂੰ ਵੀ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਧਰੇ ਸਿਮਰ ਚੰਡਾਲ, ਜਿਨ ਜਾਣਿਓ ਪ੍ਰਭ ਆਪਣਾ ਨਾਨਕ ਤਿਸੈ ਰਵਾਲ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕਉ ਸਾਂਝਾ, ਗੁਰਮੁਖ ਨਾਮ ਜਪੈ ਉਧਰੈ ਸੋ ਕਲਮ ਹੈ, ਘਟ ਘਟ ਨਾਨਕ ਮਾਝਾ। हे ਪੰਡਤ ਲੋਕੋ, ਤੁਹਾਡੇ ਦੁਆਲੇ ਸ਼ੁਆਲੇ ਮੰਦਰਾਂ ਵਿੱਚ ਕੋਈ ਮੁਸਲਮਾਨ ਆ ਸਕਦਾ ਹੈ? ਕਹਿੰਦੇ ਜੀ ਬਿਲਕੁਲ ਨਹੀਂ। ਕੋਈ ਸ਼ੂਦਰ ਆ ਸਕਦਾ? ਕਹਿੰਦੇ ਨਹੀਂ। ਕਹਿੰਦੇ ਤੁਹਾਡੀਆਂ ਘਰ ਵਾਲੀਆਂ ਆ ਸਕਦੀਆਂ? ਕਹਿੰਦੇ ਜੀ ਕੋਈ ਹੱਕ ਨਹੀਂ। ਹਜੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰੂ ਕਾ ਐਸਾ ਦਰਬਾਰ ਹੈ, ਕਿਸੇ ਦੇਸ਼ ਦਾ, ਕਿਸੇ ਕੌਮ ਦਾ, ਕਿਸੇ ਜਾਤੀ ਦਾ, ਕਿਸੇ ਉਮਰ ਦਾ, ਕਿਸੇ ਵੀ ਮੌਕੇ ਤੇ ਆਵੇ, ਕਬੀਰ ਜੇ ਦਰ ਆਵਤ ਜਾਤਿਓ ਹਟਕਾ ਨਾਹੀਂ ਕੋਏ, ਸੋ ਦਰ ਕੈਸੇ ਛੋੜਿਆ ਜੋ ਦਰ ਐਸਾ ਹੋਏ। ਔਰ ਹਰੇਕ ਨੂੰ ਗੁਰੂ ਕੀ ਬਾਣੀ ਦਾ ਪੂਰਾ ਅਧਿਕਾਰ ਹੈ, ਔਰ ਮਾਈਆਂ ਨੂੰ ਪੂਰਾ ਅਧਿਕਾਰ ਦਿੱਤਾ ਗਿਆ। ਸੋ ਕਿਉ ਮੰਦਾ ਆਖੀਆਂ ਜਿਤ ਜੰਮੈ ਰਾਜਾਨ, ਚਹੁੰ ਜੁਗਾਂ ਕਹੁ ਨਿਬੇੜਾ, ਨਰ ਮਨੁੱਖਾ ਨੂੰ ਏਕ ਨਿਧਾਨਾ। ਇਸਤਰੀਆਂ ਤੇ ਪੁਰਸ਼ਾਂ ਨੂੰ ਇੱਕੋ ਹੀ ਸਾਂਝਾ ਖਜ਼ਾਨਾ ਸਤਿਗੁਰੂ ਜੀ ਨੇ ਕਿਰਪਾ ਕਰਕੇ ਦਿੱਤਾ ਹੈ। ਇਸ ਵਾਸਤੇ ਵੇਦ ਬਾਣੀ, ਪੁਰਾਣ ਬਾਣੀ, ਕੁਰਾਨ ਬਾਣੀ, ਸਿਮਰਤੀਆਂ ਦੀ ਬਾਣੀ, ਸਾਰੀ ਬਾਣੀ ਹੁੰਦਿਆਂ ਸੁਣਦਿਆਂ ਤੋਂ ਵੀ ਤੁਰਕੀ ਬਾਣੀ ਦੀ ਅਤਿਅੰਤ ਲੋੜ ਸੀ। ਤੁਰਕੀ ਬਾਣੀ ਬਿਨਾਂ ਸਾਰੀ ਨਹੀਂ ਸੀ ਸਕਦਾ। ਤੁਰਕੀ ਬਾਣੀ ਦੇ ਆਉਣ ਕਰਕੇ ਹੀ ਬਾਕੀ ਦੀਆਂ ਵੀ ਸੁਸ਼ੋਭਿਤ ਹਨ, ਨਹੀਂ ਤਾਂ ਨਹੀਂ। ਇਸ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਸਾਂ ਹੀ ਸਰੂਪਾਂ ਵਿੱਚ ਕਿਰਪਾ ਕਰਕੇ ਇਹ ਤੁਰਕੀ ਬਾਣੀ ਆਪ ਜੀ ਨੇ ਉਚਾਰਨ ਕੀਤੀ। ਔਰ ਥਾਵਾਂ ਥਾਵਾਂ ਤੇ ਵਿਚਰ ਕਰਕੇ ਆਪਣੇ ਹੱਥ ਵਿੱਚ ਰਬਾਬ ਲੈ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਾਬੇ ਤਾਰੇ ਚਾਰ ਚੱਕ, 9 ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਮੁਖੀ ਗੁਰੂ ਜੀ ਕਲਯੁਗ ਦੇ ਵਿੱਚ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ। ਆਪ ਜੀ ਨੇ ਮਿਹਰ ਕੀਤੀ ਔਰ ਸਾਰੇ ਸ਼ੰਕੇ ਨਿਵਰਤ ਕੀਤੇ, ਸਾਰਿਆਂ ਨੂੰ ਠੰਡ ਵਰਤਾਈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ ਔਰ ਬਚਨ ਕੀਤੇ ਕਿ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪਿਆ ਲਾਏ ਧਿਆਨਾ। ਕਲਯੁਗ ਦੇ ਵਿੱਚ ਗੁਰੂ ਕੀ ਬਾਣੀ ਦਾ ਕੀਰਤਨ ਪ੍ਰਧਾਨ ਸਾਧਨ ਹੈ ਪਰਮੇਸ਼ਰ ਦੀ ਪ੍ਰਾਪਤੀ ਦਾ। ਬਾਕੀ ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਜਿਹੜਾ ਕੀਰਤਨ ਹੈ ਖਾਲਸਾ ਜੀ, ਇਹ ਐਸੀ ਗੁਰੂ ਕੀ ਦਾਤ ਹੈ, ਜਿਵੇਂ ਹੜ੍ਹ ਦਾ ਮੀਂਹ ਪਵੇ, ਬੜਾ ਭਾਰੀ ਜ਼ੋਰ ਦਾ ਮੀਂਹ ਪਵੇ, ਉਹ ਜਿੰਨਾ ਕੱਖ ਕਾਣ, ਜਿੰਨਾ ਗੰਦ ਪਿਲ ਗਲੀਆਂ ਵਿੱਚ ਹੋਵੇ, ਸਭ ਉਹ ਹੂੰਜ ਕੂਚ ਕੇ ਸਾਫ਼ ਕਰ ਦਿੰਦਾ ਹੈ। ਇਸੇ ਤਰ੍ਹਾਂ ਗੁਰੂ ਕੀ ਬਾਣੀ ਦਾ ਜਿਹੜਾ ਹੱਲੇ ਦਾ ਕੀਰਤਨ ਹੈ, ਹਿਰਦੇ ਵਿੱਚ ਜਿੰਨੇ ਮਾੜੇ ਸੰਸਕਾਰ, ਮਾੜੇ ਫੁਰਨੇ, ਵਿਸ਼ੇ ਵਿਕਾਰ ਤੇ ਔਗਣ ਪਾਪ, ਸਾਰਿਆਂ ਨੂੰ ਧੂ ਕੇ, ਸੋ ਸਾਰਿਆਂ ਨੂੰ ਰੋੜ ਕੇ ਲਿਜਾ ਕੇ ਸਾਫ਼ ਕਰਨ ਨੂੰ ਇਹ ਸਮਰੱਥ ਹੈ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਬਖਸ਼ਿਸ਼ ਕੀਤੀ, ਜਿੱਥੇ ਕੀਰਤਨ ਦੀ ਦਾਤ ਦਿੱਤੀ,
ਉੱਥੇ ਗੁਰੂ ਕੀ ਬਾਣੀ ਦੀ ਵਿਚਾਰ ਵੀ ਆਪ ਜੀ ਨੇ ਕਿਰਪਾ ਕਰਕੇ ਬਖਸ਼ੀ ਹੈ। ਹਜੂਰ ਦੇ ਬਚਨ ਹਨ, ਬਾਣੀ ਨਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਇਹ ਮਹਾਂਪੁਰਖ ਅਕਾਲ ਪੁਰਖ ਦਾ ਇੱਥੇ ਨਾਮ ਹੈ। ਕਿਤੇ ਮਹਾਂਪੁਰਖ ਸਤਿਗੁਰਾਂ ਦਾ ਵਾਚਕ ਹੈ। ਬਾਣੀ ਮੰਤਰ ਮਹਾਂਪੁਰਖਨ ਕੀ ਮਨ ਹੈ ਉਤਾਰਨ ਮਾਨ ਕੋ, ਉੱਥੇ ਸਾਰੇ ਸਤਿਗੁਰਾਂ ਦਾ ਵਾਚਕ ਹੈ। ਮਹਾਂਪੁਰਖ ਅਕਾਲ ਪੁਰਖ ਦਾ ਵਾਚਕ ਹੈ। ਇਹ ਅਕਾਲ ਪੁਰਖ ਦੀ ਭੇਜੀ ਹੋਈ ਬਾਣੀ ਸਤਿਗੁਰਾਂ ਦੀ ਰਸਨਾ ਦੁਆਰਾ ਸੰਸਾਰ ਵਿੱਚ ਆ ਕੇ ਪ੍ਰਗਟ ਹੋਈ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਉੱਥੇ ਨਾਲ ਨਾਲ ਗੁਰੂ ਕੀ ਬਾਣੀ ਦੀ ਵਿਚਾਰ ਕਰਨ ਦੀ ਵੀ ਮਹਾਨਤਾ ਆਪ ਜੀ ਨੇ ਫਰਮਾਈ ਹੈ। ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ। ਗੁਰੂ ਕੀ ਬਾਣੀ ਦੀ ਵਿਚਾਰ, ਗੁਰੂ ਕੀ ਬਾਣੀ ਦੇ ਅਰਥ, ਗੁਰੂ ਕੀ ਬਾਣੀ ਦੀ ਕਥਾ, ਇਹ ਵੀ ਅਤਿਅੰਤ ਜ਼ਰੂਰੀ ਹੈ। ਕਥਾ ਤੇ ਕੀਰਤਨ ਦਾ ਬੜਾ ਭਾਰੀ ਸੰਬੰਧ ਹੈ। ਸੋ ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਆਪਾਂ ਕੀਰਤਨ ਰਾਤ ਵੀ ਕੱਲ ਵੀ ਅੰਮ੍ਰਿਤ ਵੇਲੇ ਵੀ ਸਰਵਣ ਕੀਤਾ ਹੈ। ਅੱਜ ਸੀ ਰਾਮ ਰੰਗ ਕਦੇ ਉਤਰ ਨਾ ਜਾਏ, ਇਹ ਪ੍ਰਕਰਨ ਸੀ। ਤੇ ਰਾਤੀ ਸੀ ਗੁਰਸਿੱਖ ਦਾ ਕਿਹੋ ਜਿਹਾ ਜੀਵਨ ਹੋਣਾ ਚਾਹੀਦਾ ਹੈ। ਉਸ ਤੋਂ ਪਹਿਲਾਂ ਸੀ ਮਾਧੋ ਤੁਮਨ ਤੋਰੋ, ਤੁਮਨ ਤੋਰੋ ਤਾਂ ਹਮ ਨਹੀਂ ਤੋਰੈ। ਤੁਮ ਨਾ ਤੋਰੋ ਨਹੀਂ, ਜੇ ਤੁਸੀਂ ਨਾ ਤੋੜੋਗੇ ਤੇ ਅਸੀਂ ਨਹੀਂ ਤੋੜਦੇ, ਤੇ ਜੇ ਤੁਸੀਂ ਤੋੜ ਜਾਓਗੇ ਤੇ ਅਸੀਂ ਤੋੜ ਦੇਾਂਗੇ। ਤੁਹਾਡਾ ਤਾਂ ਸਰ ਜਾਣਾ ਸਹੀਆਂ ਤਉ ਅਸੰਖ ਮੰਨਿਓ ਹੱਬ ਵਧਾਣੀਆਂ। ਤੁਸੀਂ ਤਾਂ ਸਾਡੇ ਨਾਲ ਨਾ ਪਿਆਰ ਕਰੋਗੇ, ਤੁਹਾਡੇ ਵਾਸਤੇ ਤਾਂ ਹੋਰ ਬੇਅੰਤ ਗੁਰਸਿੱਖ ਸੰਤ ਭਗਤ ਮਹਾਤਮਾ, ਪਰ ਸਾਡਾ ਤੁਹਾਡੇ ਬਿਨਾ ਨਹੀਂ ਸਰਨਾ। ਮਾਧੋ ਤੁਮਨ ਤੋਰੋ ਤਾਂ ਹਮ ਨਹੀਂ ਤੋਰੈ, ਤੁਮ ਸਿਓ ਤੋਰ ਕਵਨ ਸਿੰਘ ਜੋਰੈ। ਤੁਹਾਡੇ ਨਾਲੋਂ ਤੋੜ ਕੇ ਅਸੀਂ ਕਿਹਦੇ ਨਾਲ ਜੋੜੀਏ ਸੱਚੇ ਪਾਤਸ਼ਾਹ। ਸੋ ਇਹ ਪ੍ਰਕਰਨ ਕਿਆ ਸੋਹਣੇ ਕੀਰਤਨ ਦੁਆਰਾ ਗੁਰਮੁਖ ਪਿਆਰਿਆਂ ਨੇ ਇੰਨੇ ਦ੍ਰਿਸ਼ਟਾਂਤ ਤੇ ਪ੍ਰਮਾਣ ਜਿਵੇਂ ਮੀਂਹ ਪੈਂਦਾ ਹੈ। ਸੋ ਇਸ ਪ੍ਰਕਾਰ ਸੋਹਣੇ ਪ੍ਰਕਰਨ ਆਪਾਂ ਨੂੰ ਇਹ ਤਿੰਨੇ ਸੁਣਾਏ, ਕੀਰਤਨ ਦੁਆਰਾ ਸਾਨੂੰ ਨਿਹਾਲ ਕੀਤਾ। ਪਰ ਜੇ ਕਿਸੇ ਪੰਕਤੀ ਦੇ ਅਰਥ ਕੀਰਤਨ ਦੁਆਰਾ ਚੰਗੀ ਤਰ੍ਹਾਂ ਨਾ ਸਾਨੂੰ ਸਪਸ਼ਟ ਹੋਣ ਤਾਂ ਉਸ ਦੇ ਵਾਸਤੇ ਮਹਾਰਾਜ ਸਾਹਿਬ ਨੇ ਕਥਾ ਬਣਾ ਦਿੱਤੀ ਹੈ। ਕਥਾ ਜਿਹੜੀ ਹੈ ਇਹ ਜਿਵੇਂ ਥਿਮ ਥਿਮ ਕੇ ਝੜੀ ਦਾ ਮੀਂਹ ਪਵੇ, ਸੋ ਇਸ ਤਰ੍ਹਾਂ ਦੀਆਂ ਜਿੰਨੀਆਂ ਵੀ ਬੂੰਦਾਂ ਪੈਣ ਉਹ ਧਰਤੀ ਦੇ ਵਿੱਚ ਸਮਾਉਂਦੀਆਂ ਜਾਂਦੀਆਂ ਹਨ, ਉਹ ਬਾਹਰ ਡੁੱਲਦੀਆਂ ਨਹੀਂ। ਕਈ ਵਾਰੀ ਜੇ ਬਹੁਤਾ ਮੀਂਹ ਪਵੇ ਤਾਂ ਵੱਟਾਂ ਤੋੜ ਕੇ ਖੇਤ ਖਾਲੀ ਵੀ ਹੋ ਜਾਂਦੇ ਨੇ, ਪਰ ਜਿਹੜਾ ਝੜੀ ਦਾ ਮੀਂਹ ਹੈ ਵਰਿਆ ਹੋਇਆ ਉਹ ਜ਼ਰੂਰ ਵਿੱਚੇ ਪਾਣੀ ਜਜ਼ਬ ਹੁੰਦਾ ਜਾਂਦਾ ਹੈ। ਸੋ ਸਤਿਗੁਰੂ ਜੀ ਨੇ ਜਿਹੜੀ ਇਹ ਕਥਾ ਕਿਰਪਾ ਕਰਕੇ ਆਰੰਭ ਕੀਤੀ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਇਹ ਝੜੀ ਦਾ ਮੀਂਹ ਕਿਰਪਾ ਕਰਕੇ ਬਖਸ਼ਿਆ ਹੈ। ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਪਰ ਕਥਾ ਹੋਵੇ, ਸੋ ਇੱਕ ਕਥਾ ਹੁੰਦੀ ਹੈ, ਇੱਕ ਜਥਾ ਹੁੰਦੀ ਹੈ, ਇੱਕ ਤਥਾ ਹੁੰਦੀ ਹੈ। ਸੋ ਕਥਾ ਉਹ ਹੈ, ਕਥਾ ਦੇ ਅਖਰੀ ਅਰਥ ਹਨ, ਕੈ ਨਾਮ ਹੈ ਸੁਖ ਸਰੂਪ ਦਾ, ਥਾ ਨਾ ਹੈ ਥਾਂ ਦਾ। ਸੁਖ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਜਿਹੜੀ ਹੋਵੇ ਉਹਦਾ ਨਾਮ ਹੈ ਕਥਾ। ਸੋ ਸਭ ਤੇ ਉਤਮ ਹਰ ਕੀ ਕਥਾ, ਰਾਜਿਆਂ ਦੀ ਕਥਾ ਵੀ ਆਉਂਦੀ ਹੈ, ਹੋਰ ਅਨੇਕ ਪ੍ਰਕਾਰ ਦੇ ਝਗੜਿਆਂ ਦੀ ਕਥਾ ਵੀ ਆਉਂਦੀ ਹੈ। ਇਹਨਾਂ ਸਾਰੀਆਂ ਕਥਾ ਵਿੱਚੋਂ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਕਥਾ ਉਤਮ ਹੈ। ਨਿਰਗੁਣ ਕਥਾ ਹੈ ਹਰ ਕੀ। ਸੋ ਹਰੀ ਪਰਮੇਸ਼ਰ ਨਿਰਗੁਣ ਸਰੂਪ ਦੀ ਜਿਹੜੀ ਕਥਾ ਹੈ, ਬਾਕੀ ਕਥਾ ਵਿੱਚੋਂ ਇਹ ਉਤਮ ਹੈ। ਸੋ ਜਥਾ ਹੁੰਦੀ ਹੈ, ਜਿਹੋ ਜਿਹਾ ਮਾਹੌਲ ਵੇਖਿਆ ਉਹੋ ਜਿਹੀ ਗੱਲਾਂ ਬਾਤਾਂ ਕਰੀ ਗਏ, ਉਹ ਜਿਹੜੇ ਬੈਠੇ ਨੇ ਉਹਨਾਂ ਨੂੰ ਕੇਵਲ ਪ੍ਰਸੰਨ ਕਰਨ ਵਾਸਤੇ ਉਹੋ ਜਿਹੀ ਗੱਲ ਕਰੀ ਜਾਣੀ, ਉਹਦਾ ਨਾਮ ਹੈ ਜਥਾ। ਤੇ ਤਥਾ ਹੁੰਦੀ ਹੈ, ਜਿਹੋ ਜਿਹਾ ਕਿਸੇ ਨੇ ਪ੍ਰੇਰਨਾ ਕੀਤੀ ਇਹੋ ਜਿਹੀ ਗੱਲ ਬੋਲ, ਜਾਂ ਜਿਹੋ ਜਿਹਾ ਅਗਲਾ ਬੋਲ ਕੇ ਗਿਆ ਉਸੇ ਤਰ੍ਹਾਂ ਦੀ ਗੱਲ ਸੁਣਾਇਆ, ਜਿਹੜੀ ਉਹ ਹੁੰਦੀ ਹੈ ਤਥਾ। ਕਥਾ ਸਭ ਤੋਂ ਉੱਤਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ। ਇਹ ਕਥਾ ਵੀ ਉਹ ਹੋਵੇ ਜਿਹੜੀ ਨਿਰਗੁਣ ਕਥਾ ਹੈ ਹਰ ਕੀ। ਗੁਰੂ ਕੀ ਕਥਾ ਦੇ ਵਿੱਚ ਕੋਈ ਕਿਸੇ ਪ੍ਰਕਾਰ ਕਿਸੇ ਤੇ ਕਿੰਤੂ, ਬਿਨਾਂ ਕਾਰਨ ਤੋਂ ਝਗੜਾ ਜਾਂ ਘਰੇਲੂ ਗੱਲਾਂ ਜਾਂ ਹੋਰ ਕੋਈ ਕਿਸੇ ਪ੍ਰਕਾਰ ਦੀਆਂ ਗੱਲਾਂ ਨਹੀਂ। ਗੁਰੂ ਕੀ ਕਥਾ ਵਿੱਚ ਕੇਵਲ ਪਰਮੇਸ਼ਰ ਦੇ ਚਰਨਾਂ 'ਚ ਜੁੜਿਆ ਕਿਵੇਂ ਜਾਵੇ, ਸਾਡੇ ਵਿਕਾਰ ਕਿਵੇਂ ਮਿਟਣ, ਸਾਡਾ ਮਨ ਇਕਾਗਰ ਕਿਵੇਂ ਹੋਵੇ, ਗੁਰੂ ਕੀ ਕਿਰਪਾ ਦੇ ਪਾਤਰ ਕਿਵੇਂ ਬਣੀਏ। ਕਥਾ ਦੇ 6 ਅੰਗ ਹੁੰਦੇ ਹਨ ਗੁਰੂ ਕੇ ਪਿਆਰਿਓ, ਕਿਉਂਕਿ ਅੱਜ ਗੁਰੂ ਕੀ ਅੰਮ੍ਰਿਤ ਰੂਪ ਬਾਣੀ ਦੀ ਕਥਾ ਮੱਧ ਵਿੱਚ ਆਈ ਹੈ। ਆਰੰਭ ਵਿੱਚ, ਮੱਧ ਵਿੱਚ ਤੇ ਸਮਾਪਤੀ ਤੇ ਇੰਨੀਆਂ ਬੇਨਤੀਆਂ ਕਰਨੀਆਂ ਜ਼ਰੂਰੀ ਹੁੰਦੀਆਂ ਨੇ। ਸੋ ਇਹ ਕਥਾ ਦੇ 6 ਅੰਗ ਹੁੰਦੇ ਹਨ। ਇੱਕ ਤਾਂ ਪਹਿਲਾਂ ਸਭ ਤੋਂ ਆਰੰਭ ਦੇ ਵਿੱਚ ਅੱਖਰ ਦਾ ਸੁੱਧ ਉਚਾਰਨ। ਜੇ ਪਾਠ ਹੀ ਨਹੀਂ ਪਹਿਲਾਂ ਸਾਨੂੰ ਸੁੱਧ ਕਰਨਾ ਆਉਂਦਾ, ਸੋ ਤੇ ਫਿਰ ਅਸੀਂ ਉਹਦੇ ਅਰਥ ਕੀ ਸਿੱਖਾਂਗੇ। ਸੋ ਪਹਿਲਾਂ ਸੁੱਧ ਉਚਾਰਨ, ਸੁੱਧ ਉਚਾਰਨ ਤੋਂ ਬਾਅਦ ਫਿਰ ਉਹ ਅੱਖਰ ਦੀ ਵਿਉਤਪਤੀ, ਅੱਖਰ ਬਣਿਆ ਕਿੱਥੋਂ ਹੈ। ਜਿਵੇਂ ਗੁਰ ਅੱਖਰ ਹੈ, ਗੁਰ ਕਿੱਥੋਂ ਬਣਿਆ, ਦੀ ਧਾਤੂ ਕੀ ਹੈ, ਇਹਦੀ ਗਿਰ ਧਾਤੂ ਹੈ। ਗਿਰ ਨਿਗਲਣ ਵਾਲਾ, ਗਿਰ ਪਹਾੜ ਦੀ ਨਿਆਈ ਵੱਡਾ, ਗਿਰ ਬਾਣੀ। ਇਸ ਪ੍ਰਕਾਰ ਇਹ ਗਿਰ, ਇਹ ਧਾਤੂ ਤੋਂ ਗੁਰ ਅੱਖਰ ਬਣਿਆ। ਸੋ ਗੁਰੂ ਅੱਖਰ ਦੇ ਵਿੱਚ ਇਹ ਸਾਰੇ ਗੁਣ ਹਨਗੇ ਕਿ ਨਹੀਂ? ਸਾਰੇ ਗੁਣ ਹਨ। ਅਚਲ ਮੂਰਤ ਅਨਭਉ ਪ੍ਰਕਾਸ਼,
ਗਿਰ ਪਹਾੜ ਜਿਵੇਂ ਅਚਲ ਹੁੰਦਾ, ਹਿਲਦਾ ਨਹੀਂ, ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਵੀ ਅਚਲ ਹਨ, ਹਿੱਲਣ ਵਾਲੇ ਨਹੀਂ। ਗਿਰ ਨਾਮ ਬਾਣੀ ਦਾ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗਿਰ ਨਾਮ ਹੈ ਨਿਗਲਣ ਦਾ, ਖਾ ਜਾਣ ਦਾ, ਮੇਟ ਦੇਣ ਦਾ। ਸਤਿਗੁਰੂ ਸੱਚੇ ਪਾਤਸ਼ਾਹ ਵੀ ਗੁਰਸਿੱਖਾਂ ਦੇ ਔਗਣ ਪਾਪਾਂ ਨੂੰ ਮੇਟ ਦਿੰਦੇ ਹਨ ਕਿ ਨਹੀਂ? ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਅੱਗੇ ਫਰਮਾਉਂਦੇ ਹਨ, ਲੱਭ ਲੋਭ ਕਾਮ ਕ੍ਰੋਧ ਮੋਹ, ਮਾਰ ਕੱਢੇ ਤੁਰ ਸਭ ਪਰਵਾਰਿਆ। ਇਸ ਵਾਸਤੇ ਗਿਰ ਧਾਤੂ ਤੋਂ ਬਣਿਆ ਹੋਇਆ ਗੁਰ ਅੱਖਰ ਇਹ ਸੁੱਧ ਹੈ, ਔਰ ਸਤਿਗੁਰੂ ਸੱਚੇ ਪਾਤਸ਼ਾਹ ਤੇ ਠੀਕ ਇਹ ਟੁਕਦਾ ਹੈ। ਇਸ ਵਾਸਤੇ ਅੱਖਰ ਦੀ ਵਿਤਪਤੀ ਕਿ ਅੱਖਰ ਬਣਿਆ ਕਿੱਥੋਂ ਹੈ, ਫਿਰ ਅੱਖਰਾਂ ਦਾ ਜੋੜ, ਫਿਰ ਇਸੇ ਤਰ੍ਹਾਂ ਅੱਖਰਾਂ ਦੇ ਅਰਥ, ਸੋ ਫਿਰ ਉਹਨਾਂ ਦੀ ਅੱਗੇ ਵਿਆਖਿਆ ਕਰਨੀ, ਸੋ ਫਿਰ ਇਹਨਾਂ ਦੇ ਨਾਲ ਵਿੱਚ ਦ੍ਰਿਸ਼ਟਾਂਤ ਤੇ ਪ੍ਰਮਾਣ ਤੇ ਸਾਖੀਆਂ ਨਾਲ ਜੋੜਨੀਆਂ। ਜਦੋਂ ਤੱਕ ਦ੍ਰਿਸ਼ਟਾਂਤ ਨਹੀਂ, ਜਦੋਂ ਤੱਕ ਪ੍ਰਮਾਣ ਨਹੀਂ, ਜਦੋਂ ਤੱਕ ਸਾਖੀਆਂ ਨਹੀਂ, ਜਦੋਂ ਤੱਕ ਉਦਾਹਰਣ ਨਹੀਂ, ਤਦੋਂ ਤੱਕ ਜਿਵੇਂ ਰਾਤ ਮਸਕੀਨ ਜੀ ਫਰਮਾ ਰਹੇ ਸਨ ਕਿ ਲੂਣ ਤੋਂ ਬਿਨਾ ਜਿੰਨੀ ਮਰਜ਼ੀ ਭਾਜੀ ਸਵਾਦ ਦੀ ਬਣਾਉਣੀ ਚਾਹੀਏ, ਉਹਦਾ ਰਸ ਨਹੀਂ ਬਣਦਾ। ਇਸੇ ਤਰ੍ਹਾਂ ਦ੍ਰਿਸ਼ਟਾਂਤ ਤੇ ਪ੍ਰਮਾਣ ਤੇ ਸਾਖੀਆਂ ਤੇ ਉਦਾਹਰਣ ਇਹ ਨਾਲ ਬੜੇ ਭਾਰੇ ਜ਼ਰੂਰੀ ਹਨ। ਸੋ ਫਿਰ ਨਾਲ ਸੱਚ ਬੋਲਿਆ ਜਾਵੇ, ਮਿੱਥਿਆ ਚੀਜ਼ ਨਾ ਕੋਈ ਦੱਸੀ ਜਾਵੇ, ਮੂੰਹ ਪੋਚਵੀਂ ਗੱਲ ਨਾ ਹੋਵੇ। ਫਿਰ ਨਾਲ ਨਾਲ ਗੁਰੂ ਕੇ ਇਤਿਹਾਸ ਦੇ ਵਿੱਚੋਂ ਜੋ ਅਸਲ ਇਤਿਹਾਸ ਹੈ ਉਹ ਨਾਲ ਨਾਲ ਬਿਆਨਿਆ ਜਾਵੇ, ਜਿਸ ਦੇ ਵਿੱਚ ਸਰਦਾ ਹੋਵੇ, ਭਾਵਨਾ ਹੋਵੇ, ਪ੍ਰੇਮ ਹੋਵੇ, ਤੇ ਸੁਣਾਉਣ ਵਾਲੇ ਦੇ ਮਨ ਅੰਦਰ ਨਿਮਰਤਾ ਤੇ ਗਰੀਬੀ ਹੋਵੇ। ਫਿਰ ਖਾਲਸਾ ਜੀ ਇੰਨੇ ਕਿਤੇ ਰਸ ਇਕੱਠੇ ਹੋਣ ਤਾਂ ਫਿਰ ਤੁਰਕੀ ਬਾਣੀ ਦੀ ਅੰਮ੍ਰਿਤ ਰੂਪ ਕਥਾ ਬਣਦੀ ਹੈ। ਇਸ ਵਾਸਤੇ ਗੁਰੂ ਕੇ ਚਰਨਾਂ ਵਿੱਚ ਅਰਦਾਸ ਹੈ, ਸਤਿਗੁਰੂ ਜੀ ਇਹ ਸਾਰੇ ਰਸ ਕਿਰਪਾ ਕਰਕੇ ਬਖਸ਼ੋ, ਇਹ ਸਾਰੀਆਂ ਦਾਤਾਂ ਕਿਰਪਾ ਕਰਕੇ ਬਖਸ਼ੋ, ਫਿਰ ਕਿਤੇ ਤੁਹਾਡੀ ਅੰਮ੍ਰਿਤ ਰੂਪ ਕਥਾ ਹੋ ਸਕੇ। ਇਹ ਕਥਾ ਦੀ ਟਕਸਾਲ ਚੱਲੀ ਕਿੱਥੋਂ? ਧੰਨ ਗੁਰੂ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਅੰਤਰਜਾਮੀ ਸਤਿਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆਪ ਬੰਗਲੇ ਸਾਹਿਬ ਦੇ ਵਿੱਚ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸਿਮਰਨ ਭਜਨ ਵਿੱਚ ਲੀਨ ਹਨ। ਸੋ ਉਸ ਮੌਕੇ ਤੇ ਇੱਕ ਸਿੰਘ ਬਾਣੀ ਪੜ੍ਹ ਰਿਹਾ ਸੀ। ਪੁਰਾਤਨ ਗੁਰੂ ਕੇ ਸਿੰਘਾਂ ਨੂੰ ਬਾਣੀਆਂ ਕੰਠ ਹੋਇਆ ਕਰਦੀਆਂ ਸਨ। ਅੱਜ ਕੱਲ੍ਹ ਵਰਗਾ ਸੁਖਾਲਾ ਤਰੀਕਾ ਨਹੀਂ ਸੀ ਕਿ ਕੀਰਤਨ ਕਰਨ ਲੱਗਿਆ ਵੀ ਅਸੀਂ ਪੋਥੀ ਅੱਗੇ ਰੱਖ ਲਵਾਂਗੇ ਅੰਮ੍ਰਿਤ ਕੀਰਤਨ, ਉਹ ਤੋਂ ਪੜ੍ਹ ਪੜ੍ਹ ਕੇ ਅਸੀਂ ਸੁਣਾਈ ਜਾਵਾਂਗੇ, ਬਿਲਕੁਲ ਨਹੀਂ। ਸੋ ਉਸ ਮੌਕੇ ਤੇ ਬਾਣੀਆਂ ਕੰਠ ਸਨ, ਔਰ ਇਹ ਚੰਗੀ ਆਦਤ ਹੈ ਕਿ ਬਾਣੀ ਕੰਠ ਹੋਵੇ। ਸੋ ਜੇ ਕੇਵਲ ਅਸੀਂ ਪੜ੍ਹ ਕੇ ਹੀ ਸੁਣਾਉਣੀ ਹੈ ਤੇ ਜੇ ਕਿਤੇ ਬਿਜਲੀ ਬੰਦ ਹੋ ਗਈ, ਜੇ ਹਨੇਰਾ ਹੋ ਗਿਆ ਤਾਂ ਉੱਥੇ ਫਿਰ ਕੀ ਕਰਾਂਗੇ, ਫਿਰ ਬਾਜੇ ਸੰਤੋਖ ਦਿਆਂਗੇ, ਬਿਲਕੁਲ ਨਹੀਂ। ਪੁਰਾਤਨ ਗੁਰਸਿੱਖਾਂ ਦਾ ਇਹ ਬੋਲਾ ਸੀ ਆਮ ਕਿ ਬਾਣੀ ਕੰਠ ਤੇ ਪੈਸਾ ਗੰਠ। ਸੋ ਗੁਰੂ ਕੇ ਬਾਣੀ ਬਹੁਤੀ ਬਾਣੀ ਨਿਤਨੇਮ ਇਹ ਕੰਠ ਕਰਿਆ ਕਰਦੇ। ਗੁਰੂ ਕੇ ਸਿੱਖ ਨੂੰ 5 ਗ੍ਰੰਥੀ ਯਾਦ ਹੈ, ਉਹ ਬੜੀ ਮਿੱਠੀ ਆਵਾਜ਼ ਨਾਲ ਆਪਣੇ ਇੱਕ ਰਸ ਸੋ ਧੁਨੀ ਦੇ ਨਾਲ ਬਾਣੀ ਪੜ੍ਹ ਰਿਹਾ ਹੈ। ਦੱਖਣੀ ਓੰਕਾਰ ਵਿੱਚ ਪੰਕਤੀ ਆਈ, ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਇਹ ਗੁਰੂ ਕਾ ਸਿੱਖ ਪੜ੍ਹ ਗਿਆ, ਕੇ ਜਾਣੈ ਗੁਰ ਸੂਰਾ। ਗਲਤ ਪੜਦਾ ਹੈ, 2 ਚਪੇੜਾਂ ਵੱਜੀਆਂ, ਸਿੰਘ ਦੇ ਮਨ ਵਿੱਚ ਗੁੱਸਾ ਆਇਆ, ਪਰ ਬਾਣੀ ਪੜ੍ਹੀ ਗਿਆ। ਮਨ ਵਿੱਚ ਸੰਕਲਪ ਕੀਤਾ, ਅੱਛਾ ਮੈਂ ਦਸਮ ਪਾਤਸ਼ਾਹ ਦੇ ਪਾਸ ਬੇਨਤੀ ਕਰੂੰਗਾ, ਸ਼ਿਕਾਇਤ ਕਰੂੰਗਾ ਸਿੰਘ ਤੇ। ਬਾਣੀ ਪੜ੍ਹਦੇ ਨੂੰ ਚਪੇੜਾਂ ਮਾਰੀਆਂ। ਅੰਮ੍ਰਿਤ ਵੇਲੇ ਉੱਠ ਕੇ ਸਜੇ ਹੋਏ ਦੀਵਾਨ ਦੇ ਵਿੱਚ ਇਹ ਸਿੰਘ ਵੀ ਭਰਿਆ ਪੀਤਾ ਹਜੂਰ ਦੇ ਨੇੜੇ ਹੀ ਅੱਜ ਆ ਬੈਠਾ। ਇਹ ਪ੍ਰਸ਼ਨ ਕਰਨਾ ਚਾਹੁੰਦਾ ਸੀ ਕਿ ਅੰਤਰਜਾਮੀ ਸਤਿਗੁਰੂ ਜੀ ਨੇ ਆਪ ਹੀ ਪੁੱਛ ਲਿਆ, ਸਿੰਘਾ ਅੱਜ ਕਿਵੇਂ ਬੈਠਾ ਹੈ? ਹਜੂਰ ਸੱਚੇ ਪਾਤਸ਼ਾਹ ਮੇਰੇ ਅੰਦਰ ਬੜੇ ਭਾਰੀ ਸ਼ੰਕਾ ਹੈ, ਕਿਰਪਾ ਕਰਕੇ ਨਿਵਰਤ ਕਰੋ। ਤੁਹਾਡੀ ਬਾਣੀ ਪੜ੍ਹਦਿਆਂ ਤੋਂ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਅੰਮ੍ਰਿਤ ਵੇਲੇ ਜੇ ਮੂੰਹ ਤੇ ਚਪੇੜਾਂ ਵੱਜਣ ਤਾਂ ਇਹ ਤੁਰਕੀ ਬਾਣੀ ਜਮਦੂਤਾਂ ਤੋਂ ਕਿਵੇਂ ਬਚਾਵੇਗੀ? ਸਿੰਘ ਹਜੂਰ ਕਹਿਣਗੇ, ਸਿੰਘਾ ਕਾਰਨ ਕੀ? ਸੱਚੇ ਪਾਤਸ਼ਾਹ ਜੀ ਭਾਈ ਆਲਮ ਸਿੰਘ ਨੇ ਮੈਨੂੰ ਚਪੇੜਾਂ ਮਾਰੀਆਂ ਨੇ। ਸੋ ਸਿੰਘਾ ਉਹ ਅਸੀਂ ਕਹਿ ਕੇ ਚਪੇੜਾਂ ਮਰਵਾਈਆਂ ਨੇ। ਮਹਾਰਾਜ ਤੁਸੀਂ ਬਾਣੀ ਪੜ੍ਹਨ ਵਾਲਿਆਂ ਨੂੰ ਵੀ ਕੁੱਟਦੇ ਹੋ? ਨਹੀਂ, ਜਿਹੜਾ ਬਾਣੀ ਨੂੰ ਗਲਤ ਪੜ੍ਹੇ, ਜਿਹੜਾ ਸਾਡੇ ਅੰਗ ਮਰੋੜੇ ਤਰੋੜੇ, ਅਸੀਂ ਉਹਨੂੰ ਕੁੱਟਦੇ। ਜਿਹੜਾ ਸਾਡੇ ਅੰਗ ਹੀ ਭੰਨੀ ਜਾਵੇ ਉਹਨੂੰ ਥੋੜਾ ਜਿਹਾ ਸਾਵਧਾਨ ਕਰਦੇ ਆ ਕਿ ਸਾਡੇ ਅੰਗ ਨਾ ਭੰਨ ਤੋੜ, ਕੁਛ ਸਾਡੇ ਤੇ ਤਰਸ ਕਰ। ਮਹਾਰਾਜ ਮੈਂ ਕਿਹੜੇ ਤੁਹਾਡੇ ਅੰਗ ਭੰਨੇ? ਹਜੂਰ ਕਹਿਣਗੇ ਪੜ੍ਹ ਪੰਕਤੀ, ਕਰਤੇ ਕੀ ਮਿਤ ਕਰਤਾ ਜਾਣਾ। ਅੱਗੇ ਕੀ ਪੰਕਤੀ ਹੈ? ਕਹਿੰਦੇ ਜੀ ਕੇ ਜਾਣਾ ਗੁਰ ਸੂਰਾ। ਹਜੂਰ ਕਹਿੰਦੇ ਨਹੀਂ, ਕੇ ਨਹੀਂ, ਇੱਥੇ ਕੈ ਪਾਠ ਹੈ। ਕੇ ਦਾ ਅਰਥ ਹੈ ਕੀ ਜਾਣਦਾ ਗੁਰੂ ਸੂਰਮਾ। ਸੋ ਕੈ ਦਾ ਅਰਥ ਹੈ ਜਾਂ। ਅਕਾਲ ਪੁਰਖ ਦੀ ਨਿਤ ਮਰਿਆਦਾ ਨੂੰ ਜਾਂ ਤਾਂ ਅਕਾਲ ਪੁਰਖ ਆਪ ਜਾਣਦਾ ਹੈ ਤੇ ਜਾਂ ਗੁਰੂ ਸੂਰਮਾ ਜਾਣਦਾ ਹੈ। ਜੇ ਗੁਰੂ ਸੂਰਮਾ ਜੋ ਅਕਾਲ ਪੁਰਖ ਦਾ ਸਰਗੁਣ ਸਰੂਪ ਹੈ ਉਹ ਹੀ ਨਹੀਂ ਜਾਣਦਾ ਤਾਂ ਫਿਰ ਉਹ ਅੱਗੇ ਦੂਸਰਿਆਂ ਨੂੰ ਗਿਆਨ ਬਖਸ਼ੇਗਾ ਕੀ? ਤੂੰ ਅਨਰਥ ਕਰ ਦਿੱਤਾ ਸਿੰਘਾ ਕਿ ਗੁਰੂ ਸੂਰਮਾ ਕੁਛ ਨਹੀਂ ਜਾਣਦਾ। ਗੁਰੂ ਸੂਰਮਾ ਜੇ ਅਗਿਆਨੀ ਹੋਇਆ ਤਾਂ ਅੱਗੇ ਕਿਸੇ ਨੂੰ ਗਿਆਨ ਦੀ ਪ੍ਰਾਪਤੀ ਕਿਵੇਂ ਹੋਵੇਗੀ? ਵੇਖ ਤੂੰ ਅਰਥ ਦਾ ਅਨਰਥ ਕਰ ਦਿੱਤਾ। ਦੁਲਾਵਾਂ ਦੀ ਥਾਂ ਤੇ ਲਾਮ ਪੜਨ ਤੋਂ ਇੰਨਾ ਵੱਡਾ ਭਾਰੀ ਫਰਕ ਪੈ ਗਿਆ ਹੈ
ਤੈਨੂੰ 2 ਚਪੇੜਾਂ ਵੱਜੀਆਂ, ਕੁਝ ਸਮਾਂ ਦਰਦ ਹੋਈ ਹੋਵੇਗੀ, ਸਾਡੇ ਅੱਜ ਤਾਂ ਅੰਗ ਹੀ ਭੰਨ ਦਿੱਤੇ, ਸਾਨੂੰ ਬੜੀ ਭਾਰੀ ਦਰਦ ਹੋ ਰਹੀ ਹੈ ਸਿੰਘਾ। ਵੇਖ ਕੇ ਹਜੂਰ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਝੁਕਿਆ, ਮੁਆਫੀ ਮੰਗੀ। ਭਾਈ ਦਇਆ ਸਿੰਘ ਜੀ ਉਸ ਮੌਕੇ ਤੇ ਚਰਨਾਂ ਵਿੱਚ ਖੜੇ ਸਨ, ਹੱਥ ਜੋੜੇ, ਗਲ 'ਚ ਪੱਲਾ ਪਾ ਬੇਨਤੀ ਕੀਤੀ, ਸੱਚੇ ਪਾਤਸ਼ਾਹ ਗਰੀਬ ਨਵਾਜ, ਅਸੀਂ ਕਲਯੁਗੀ ਅਲਪੱਗ ਜੀ, ਤੁਹਾਡੀ ਧੁਰ ਕੀ ਬਾਣੀ ਅਗਮ ਅਗਾਧ, ਸੋ ਜਿੰਨਾ ਚਿਰ ਤੱਕ ਅਸੀਂ ਬਾਣੀ ਦੇ ਅਰਥ ਨਹੀਂ ਸਮਝ ਲੈਂਦੇ ਤਦੋਂ ਤੱਕ ਸਾਨੂੰ ਪੂਰੀ ਬਾਣੀ ਦੀ ਸਮਝ ਨਹੀਂ ਪੈ ਸਕਦੀ। ਆਪ ਕਿਰਪਾ ਕਰੋ ਬਾਣੀ ਦੇ ਅਰਥ ਸੁਣਾਓ। ਅੱਜ ਪਤਾ ਲੱਗਾ ਕਿ ਤੇ ਕੈ ਦਾ ਐਡਾ ਵੱਡਾ ਭਾਰੀ ਫਰਕ ਹੈ, ਅਨਰਥ ਹੋ ਗਿਆ, ਉਪਦਰਵ ਹੋ ਗਿਆ। ਆਪ ਕਿਰਪਾ ਕਰੋ। ਹਜੂਰ ਕਹਿਣਗੇ ਭਾਈ ਦਇਆ ਸਿੰਘ ਜੀ, ਧਾਰਮਿਕ ਯੁੱਧ ਕਰ ਲੈਣ ਦਿਓ, ਸਾਰਾ ਸਰਬੰਸ ਵਾਰ ਲੈਣ ਦਿਓ, ਜ਼ੁਲਮ ਰਾਜ ਦੀਆਂ ਜੜਾਂ ਪੱਟ ਕੇ ਖਾਰੇ ਸਮੁੰਦਰ ਵਿੱਚ ਪਾ ਲੈਣ ਦਿਓ, ਮੁਕਤੀ ਦੇ ਸਰੋਵਰ ਲਾ ਲੈਣ ਦਿਓ, ਵਿਹਲੇ ਤੇ ਸੁਤੰਤਰ ਹੋ ਕੇ ਫਿਰ ਅਸੀਂ ਇਹ ਤੁਹਾਡੀ ਬੇਨਤੀ ਜੋ ਹੈ ਇਹਨੂੰ ਪ੍ਰਵਾਨ ਕਰਦੇ ਹਾਂ, ਪਰ ਪੂਰੀ ਉਸ ਮੌਕੇ ਤੇ ਕਰਾਂਗੇ। ਸਾਰੇ ਯੁੱਧ ਹੋਏ, ਤੁਰਕ ਅਖੀਰੀ ਹਾਰ ਖਾ ਕੇ ਕਦੇ ਮਹਾਰਾਜ ਸਾਹਿਬ ਵੱਲ ਝਾਕ ਵੀ ਨਹੀਂ ਸਕੇ। ਹਜੂਰ ਸੱਚੇ ਪਾਤਸ਼ਾਹ ਦਮਦਮੇ ਸਾਹਿਬ ਗੁਰੂ ਕੀ ਕਾਸ਼ੀ ਵਿੱਚ ਪਹੁੰਚੇ ਹਨ, ਸਾਬੋ ਕੀ ਤਲਵੰਡੀ। ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਹਜੂਰ ਹੁਣ ਤੱਕ ਕੋਈ ਤੁਰਕ ਚੜ੍ਹ ਕੇ ਨਹੀਂ ਆ ਰਿਹਾ, ਨੁਰੰਗਾ ਮਰ ਚੁੱਕਾ ਹੈ, ਬਾਕੀ ਸਮਾਪਤ ਹੋ ਚੁੱਕੇ ਨੇ, ਆਪ ਕਿਰਪਾ ਕਰੋ ਸੱਚੇ ਪਾਤਸ਼ਾਹ। ਤਾਂ 1763 ਬਿਕਰਮੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਬੋ ਕੀ ਤਲਵੰਡੀ, ਜਿਸ ਦਾ ਨਾਮ ਗੁਰੂ ਕੀ ਕਾਸ਼ੀ ਰੱਖਿਆ ਹੈ, ਕਿ ਅੱਗੇ ਕਾਸ਼ੀ ਪੜ੍ਹਨ ਵਾਸਤੇ ਜਾਣਾ ਪੈਂਦਾ ਸੀ, ਪਰ ਗੁਰੂ ਕੇ ਸਿੰਘ ਹੁਣ ਇੱਥੇ ਦਮਦਮੇ ਸਾਹਿਬ ਪੜ੍ਹਨ ਆਇਆ ਕਰਨਗੇ। ਐਸੀ ਟਕਸਾਲ ਚਲਾ ਦਿੰਦੇ ਹਾਂ ਜਿੱਥੋਂ ਅੱਗੇ ਬੇਅੰਤ ਗੁਰੂ ਕੇ ਸਿੱਖ ਹਰ ਮੌਕੇ ਤੇ ਪੜ੍ਹਿਆ ਕਰਨਗੇ। 9 ਮਹੀਨੇ 9 ਦਿਨਾਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੋ ਸਾਉਣ ਦੇ ਮਹੀਨੇ 'ਚ 1723 ਬਿਕਰਮੀ ਨੂੰ ਇਹ ਕਥਾ ਸਾਰੀ ਸੰਪੂਰਨ ਕਰਕੇ ਭੋਗ ਪਾਇਆ ਔਰ 2 ਸ਼ੰਕੇ ਮੇਟ ਦਿੱਤੇ। ਕਈ ਲੋਕ ਇਹ ਕਹਿੰਦੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ 10ਵੇਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਕਿਵੇਂ ਮੰਨਦੇ ਹੋ, ਕਿਉਂਕਿ 10ਵੇਂ ਪਾਤਸ਼ਾਹ ਦੀ ਬਾਣੀ ਵਿੱਚ ਕੋਈ ਨਹੀਂ ਔਰ 6ਵੇਂ 7ਵੇਂ ਤੇ 8ਵੇਂ ਪਾਤਸ਼ਾਹ ਦੇ ਵਿੱਚ ਬਾਣੀ ਕੋਈ ਨਹੀਂ, ਇਸ ਵਾਸਤੇ ਅਸੀਂ ਨਹੀਂ 10ਵੇਂ ਪਾਤਸ਼ਾਹੀਆਂ ਦਾ ਸਰੂਪ ਮੰਨਦੇ। ਸੋ ਉਹ ਸਾਰਿਆਂ ਦੀ ਸ਼ੰਕਾ ਮੇਟਣ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਰੀ ਬਾਣੀ ਆਪ ਕੰਠੋਂ ਉਚਾਰਨ ਕੀਤੀ। ਭਾਈ ਮਨੀ ਸਿੰਘ ਸਾਹਿਬ ਜੀ ਨੂੰ ਲਿਖਾਰੀ ਲਾਇਆ, ਅੰਮ੍ਰਿਤ ਵੇਲੇ ਬਾਣੀ ਉਚਾਰਨੀ ਔਰ ਪਿਛਲੇ ਪੈਰ ਉਹਦੇ ਅਰਥ ਸੁਣਾਉਣੇ। ਆਪ 48 ਸਿੰਘਾਂ ਨੂੰ ਅਰਥ ਸੁਣਾ ਕੇ ਮਹਾਰਾਜ ਸਾਹਿਬ ਨੇ ਇਹ ਪਵਿੱਤਰ ਟਕਸਾਲ ਅੱਗੇ ਚਲਾ ਦਿੱਤੀ ਕਿ ਗੁਰੂ ਕੇ ਸਿੰਘ ਸਾਡੇ ਮੁਖ ਤੋਂ ਜਿਹੜੇ ਅਰਥ ਨਿਕਲੇ ਹਨ ਇਹਨਾਂ ਨੂੰ ਸੁਣ ਕੇ ਅੱਗੇ ਵਿਦਵਾਨ ਤੇ ਗਿਆਨੀ ਬਣਿਆ ਕਰਨਗੇ। ਸੋ ਉਹਨਾਂ 48 ਸਿੰਘਾਂ ਦੇ ਵਿੱਚ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਸਾਹਿਬ ਜੀ ਵੀ ਸ਼ਾਮਲ ਸਨ। ਇਹ 48 ਦੇ 48 ਸਿੰਘ ਬਦੇਹ ਮੁਕਤ ਹੋਏ, ਜੀਵਨ ਮੁਕਤੀ ਦਾ ਆਨੰਦ ਮਾਣਨ ਲੱਗੇ। ਸੋ ਬਦੇਹ ਮੁਕਤ ਜਿਹੜਾ ਹੈ ਉਹਦੀ ਅਵਸਥਾ ਐਸੀ ਦੱਸ ਦਿੰਦੇ ਨੇ ਕਿ 40 ਕੁ ਦਿਨ ਹੀ ਉਹਦਾ ਸਰੀਰ ਰਹਿ ਸਕਦਾ, ਮਗਰੋਂ ਨਹੀਂ ਰਹਿ ਸਕਦਾ, ਕਿਉਂਕਿ ਉਹਨੂੰ ਖਾਣ ਪੀਣ ਪੈਰਨ ਦਾ ਸਭ ਚੇਤਾ ਭੁੱਲ ਕੇ ਪਰਮੇਸ਼ਰ ਦੇ ਵਿੱਚ ਪਰਮੇਸ਼ਰ ਦਾ ਰੂਪ ਵੀ ਹੋ ਜਾਂਦਾ ਹੈ। ਬਾਕੀ ਦੇ ਸਿੰਘ ਬਦੇਹ ਮੁਕਤ ਹੋਏ। ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਜੀ ਦੇ ਸਿਰਾਂ ਦੇ ਉੱਪਰ ਮਹਾਰਾਜ ਸਾਹਿਬ ਨੇ ਹਸਤ ਕਮਲ ਰੱਖੇ। ਬਾਬਾ ਦੀਪ ਸਿੰਘ ਤੈਥੋਂ ਸਰੀਰਕ ਤੌਰ ਤੇ ਵੀ ਸੇਵਾ ਲੈਣੀ ਹੈ, ਹਜੂਰ ਮੇਰੇ ਇਸ ਆਨੰਦ ਵਿੱਚ ਫਰਕ ਨਾ ਪੈ ਜਾਵੇ। ਸੱਚੇ ਪਾਤਸ਼ਾਹ ਕਹਿਣਗੇ ਭਾਈ ਦੀਪ ਸਿੰਘ ਭਾਵੇਂ ਤੇਰਾ ਸਿਰ ਵੀ ਵੱਢਿਆ ਜਾਵੇ ਸੋ ਤਲੀ ਤੇ ਰੱਖ ਕੇ ਫਿਰ ਵੀ ਤੂੰ ਖੰਡਾ ਖੜਕਾਵੇਂਗਾ, ਤੇਰੇ ਇਸ ਆਨੰਦ ਵਿੱਚ ਫਰਕ ਨਹੀਂ ਪੈਣ ਦਿਆਂਗੇ। ਤੇ ਬਾਬਾ ਦੀਪ ਸਿੰਘ ਜੀ ਨੂੰ ਉੱਥੇ ਵਰ ਮਿਲਿਆ ਸੀ। ਭਾਈ ਮਨੀ ਸਿੰਘ ਦੇ ਸੀਸ ਤੇ ਹੱਥ ਰੱਖਿਆ, ਹਜੂਰ ਜਿਸ ਆਨੰਦ ਵਿੱਚ ਹੁਣ ਲੀਨ ਹੈ ਇਸੇ ਵਿੱਚ ਹੀ ਲੀਨ ਰਹਿਣ ਦਿਓ। ਭਾਈ ਮਨੀ ਸਿੰਘ ਤੇਥੋਂ ਸਰੀਰਕ ਤੌਰ ਤੇ ਸੇਵਾ ਲੈਣੀ ਹੈ, ਸੋ ਗੁਰਮੁਖਾ ਭਾਵੇਂ ਤੇਰਾ ਅੰਗ ਅੰਗ ਵੀ ਕਿਉਂ ਨਾ ਕੱਟਿਆ ਜਾਵੇ, ਤੇਰੇ ਇਸ ਆਨੰਦ ਵਿੱਚ ਗੁਰਮੁਖਾ ਫਰਕ ਨਹੀਂ ਪੈਣ ਦਿਆਂਗੇ। ਸੋ ਉਹ ਬਚਨ ਸਫਲੇ ਕਰਨੇ ਨੇ, ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹੈ ਸੁਭਾਗਾ, ਰਾਮ ਰੰਗ ਕਦੇ ਉਤਰ ਨਾ ਜਾਏ। ਸੋ ਬੰਦ ਜਦੋਂ ਤੇਰਾ ਕੱਟਿਆ ਜਾਵੇਗਾ ਉਸ ਮੌਕੇ ਤੇ ਵੀ ਤੇਰੇ ਇਸ ਆਨੰਦ ਵਿੱਚ ਫਰਕ ਨਹੀਂ ਪੈਣ ਦਿਆਂਗੇ। ਤਾਈਆਂ ਦੋਹਾਂ ਗੁਰੂ ਕੇ ਯੋਧਿਆਂ ਨੇ ਵੱਡੀ ਭਾਰੀ ਕੁਰਬਾਨੀ ਕੀਤੀ, 10ਵੇਂ ਪਾਤਸ਼ਾਹ ਦੇ ਵਰ ਸਨ। ਸੋ ਖਾਲਸਾ ਜੀ ਉਹ ਗੁਰਮੁਖ ਪਿਆਰੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਹੁਕਮ ਹੋਇਆ ਕਿ ਤੁਸੀਂ ਸਾਬੋ ਕੀ ਤਲਵੰਡੀ ਰਹੋ, ਇੱਥੇ ਟਕਸਾਲ ਚਲਾਓ। ਆਪ ਜੀ ਨੇ 4 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ ਕੱਚੇ ਬੇਰ ਖਾ ਖਾ ਕੇ ਲਿਖੇ, ਜੋ 4 ਤਖਤ ਸਾਹਿਬਾਨ ਦੇ ਉੱਪਰ ਦਰਸ਼ਨ ਹੁੰਦੇ ਨੇ। ਇੱਥੇ ਵੀ ਦਰਸ਼ਨ ਹੁੰਦੇ ਨੇ, ਸੰਗਰਾਂਦ ਵਾਲੇ ਦਿਨ ਤੇ ਜਾਂ ਗੁਰਪੁਰਬ ਵਾਲੇ ਦਿਨ ਦਰਸ਼ਨ ਕੀਤੇ ਹਨ। 4 ਤਖਤਾਂ ਤੇ ਦਰਸ਼ਨ ਹੁੰਦੇ ਹਨ। ਔਰ ਉਹਨਾਂ ਨੇ ਹੋਰ ਅੱਗੇ ਨਹੀਂ ਪੜ੍ਹਾਇਆ, ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰਚ ਕੇ ਫਿਰ ਮੌਕਾ ਆ ਗਿਆ ਜਦੋਂ ਹਰਿਮੰਦਰ ਸਾਹਿਬ ਦੀ ਬੇਅਦਬੀ ਹੁੰਦੀ ਨਾ ਜਰ ਸਕੇ ਤਾਂ ਆ ਕੇ ਸ਼ਹੀਦੀ ਪ੍ਰਾਪਤ ਕੀਤੀ। ਭਾਈ ਮਨੀ ਸਿੰਘ ਸਾਹਿਬ ਜੀ ਹੈੱਡ ਗ੍ਰੰਥੀ ਲੱਗੇ ਸ੍ਰੀ ਹਰਿਮੰਦਰ ਸਾਹਿਬ ਦੇ, ਉਹਨਾਂ ਨੇ ਅੱਗੇ ਟਕਸਾਲ ਚਲਾਈ ਹੈ। ਖਾਲਸਾ ਜੀ ਇਹ ਜਿਹੜੀ ਪਰੰਪਰਾ ਹੁਣ ਤੱਕ ਚੱਲੀ ਆ ਰਹੀ ਹੈ, ਇਹ ਭਾਈ ਮਨੀ ਸਿੰਘ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਜੀ ਮੋਢੀ ਜੋ ਦੋਵੇਂ ਸ਼ਹੀਦ ਹੋਏ ਹਨ, ਗੁਰਮੁਖ ਪਿਆਰੇ ਬ੍ਰਹਮ ਗਿਆਨੀ ਸਨ ਔਰ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਆਦ ਵਕਤੇ ਬਣੇ, ਤਦੋਂ ਤੋਂ ਲੈ ਕੇ ਇਹ ਟਕਸਾਲ ਚੱਲੀ ਆ ਰਹੀ ਹੈ। ਤਾਂ ਹੀ ਇਸ ਟਕਸਾਲ ਦਾ ਨਾਮ ਦਮਦਮੀ ਟਕਸਾਲ ਹੈ ਜਾਂ ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ ਤਾਂ ਕਿਹਾ ਜਾਂਦਾ ਹੈ।
ਭਾਈ ਮਨੀ ਸਿੰਘ ਸਾਹਿਬ ਜੀ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਅੱਗੇ ਟਕਸਾਲ ਚਲਾਈ ਸੀ। ਪਿੰਡਰਾਂ ਵਾਲੇ ਤਾਂ ਵੱਜਣ ਲੱਗ ਗਏ ਕਿਉਂਕਿ ਵੱਡੇ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਸਾਹਿਬ ਜੀ, ਉਹਨਾਂ ਦਾ ਜਨਮ ਪਿੰਡਰਾਂ ਦਾ ਸੀ। ਸੋ ਉਹਨਾਂ ਤੋਂ ਉਪਰੰਤ ਸਤਿਕਾਰਯੋਗ ਸੱਚਖੰਡ ਵਾਸੀ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਖਾਲਸਾ, ਉਹਨਾਂ ਦਾ ਜਨਮ ਨਗਰ ਤਾਂ ਅਖਾੜਾ ਸੀ, ਪਰ ਪਹਿਲੇ ਪਿੰਡਰਾਂ ਵਾਲੇ ਕਹਾਉਂਦੇ ਕਰਕੇ ਉਹਨਾਂ ਨੂੰ ਵੀ ਲੋਕੀ ਪਿੰਡਰਾਂ ਵਾਲੇ ਕਹਿਣ ਲੱਗ ਗਏ। ਇਸ ਵਾਸਤੇ ਅੱਗੇ ਵੀ ਹੁਣ ਦਾਸਾਂ ਨੂੰ ਵੀ ਭਾਵੇਂ ਗੁਣ ਕੋਈ ਨਹੀਂ, ਪਰ ਕਈ ਉਸੇ ਤਰ੍ਹਾਂ ਹੀ ਜਾਣਦੇ ਨੇ ਕਿ ਇਹ ਵੀ ਪਿੰਡਰਾਂ ਵਾਲੇ ਹਨ। ਅਸਲ ਦੇ ਵਿੱਚ ਇਹ ਟਕਸਾਲ ਦਮਦਮਾ ਸਾਹਿਬ ਵਾਲੀ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ ਹੈ। ਸੋ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਨੇ ਆਪ ਕਿਰਪਾ ਕਰਕੇ ਚਲਾਈ ਹੈ। ਬਾਣੀ ਦੀ ਵਿਚਾਰ ਜਿਸ ਕਰਕੇ ਸਾਡੇ ਹਿਰਦਿਆਂ ਵਿੱਚ ਵਸੇ, ਅਸੀਂ ਗੁਰੂ ਕੇ ਚਰਨਾਂ ਵਿੱਚ ਲੀਨ ਹੋ ਸਕੀਏ। ਸੋ ਅੱਜ ਗੁਰੂ ਕੀ ਕਿਰਪਾ ਹੈ ਖਾਲਸਾ ਜੀ, ਮਹਾਂਪੁਰਖਾਂ ਤੋਂ ਬਾਅਦ ਜੋ ਕਥਾ ਆਰੰਭ ਜੋ ਉਹ ਕਥਾ ਛੱਡ ਕੇ ਸਨ 1187 ਅੰਗ ਤੇ, ਉਹਦਾ ਭੋਗ ਠੀਕ 1 ਸਾਲ ਤੋਂ ਬਾਅਦ ਜਿੱਥੇ ਉਹਨਾਂ ਨੇ ਚੜ੍ਹਾਈ ਕੀਤੀ ਸੀ ਮਹਿਤੇ ਨਗਰ ਵਿੱਚ ਪਿਆ ਸੀ। ਸੋ ਪਹਿਲੀ ਉਹਨਾਂ ਨੇ ਕਥਾ ਆਰੰਭ ਵੀ ਮਹਿਤੇ ਨਗਰ ਵਿੱਚ ਹੀ ਕੀਤੀ ਸੀ ਵੱਡੇ ਮਹਾਂਪੁਰਖਾਂ ਤੋਂ ਬਾਅਦ, ਔਰ ਪੂਰੀ ਕਥਾ ਉਸ ਨਗਰ ਵਿੱਚ ਹੀ ਕੀਤੀ ਸੀ। ਔਰ ਉਹਨਾਂ ਤੋਂ ਬਾਅਦ ਜਿਹੜੀ ਕਥਾ ਸੰਪੂਰਨ ਹੋਈ, ਉਹਨਾਂ ਨੇ ਛੱਡੀ ਵੀ ਕਥਾ ਉੱਥੇ, ਤੇ ਉਹ ਸੰਪੂਰਨ ਵੀ ਉਹਨਾਂ ਦੇ ਉਸੇ ਸਥਾਨ ਤੇ ਹੋਈ ਜਿੱਥੇ ਉਹਨਾਂ ਨੇ ਚੜ੍ਹਾਈ ਕੀਤੀ ਹੈ। ਉਸ ਤੋਂ ਬਾਅਦ ਕਥਾ ਇੱਥੇ ਆ ਕੇ ਉੱਥੇ ਆਰੰਭ ਕੀਤੀ ਸੀ। ਔਰ ਮਹਾਂਪੁਰਖਾਂ ਦਾ ਬਚਨ ਸੀ ਕਿ 5 ਤਖਤਾਂ ਤੇ 5 ਕਥਾ ਦਾ ਭੋਗ ਪਾਉਣਾ। ਗੁਰੂ ਕੀ ਕਿਰਪਾ ਨਾਲ ਪਹਿਲੀ ਕਥਾ ਦਾ ਭੋਗ ਇੱਥੇ ਪਿਆ ਸੀ ਔਰ ਇੱਥੇ ਹੀ ਆਰੰਭ ਹੋਈ ਸੀ। ਮਹੀਨੇ ਦੇ ਵਿੱਚ ਦੋਵੇਂ ਟਾਈਮ ਕਥਾ ਹੋ ਕੇ ਜਪਜੀ ਸਾਹਿਬ ਇੱਥੇ ਸੰਪੂਰਨ ਹੋਇਆ ਸੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ। ਔਰ ਬੜੀ ਭਾਰੀ ਖੁਸ਼ੀ ਹੈ, ਕਲਗੀਧਰ ਸੱਚੇ ਪਾਤਸ਼ਾਹ ਦਾ ਤਰਸ ਹੈ ਕਿ ਅੱਜ ਕਥਾ ਦਾ ਮੱਧ ਵੀ ਇੱਥੇ ਲੱਗ ਰਿਹਾ ਹੈ। ਔਰ ਸਤਿਗੁਰੂ ਜੀ ਨੇ ਬਖਸ਼ਿਸ਼ ਵੀ ਦਾਸ ਦੇ ਉੱਪਰ ਮਹਾਂਪੁਰਖਾਂ ਦੀ ਹਸਤ ਕਮਲਾਂ ਤੋਂ ਆਪਣੇ ਚਰਨਾਂ ਵਿੱਚ ਇੱਥੇ ਹੀ ਕਰਵਾਈ ਸੀ 300 ਸਾਲਾ ਵਰ੍ਹੇਗੰਢ ਤੇ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਹ ਕਥਾ ਹੁਣ ਮੱਧ ਤੋਂ ਅੱਗੇ ਆਪਾਂ ਨੂੰ ਆਗਿਆ ਕਰ ਰਹੇ ਹਨ, ਆਰੰਭ ਹੋ ਰਹੀ ਹੈ। ਇਹ ਖਾਲਸਾ ਜੀ ਜਿਹੜੀ ਜੈਰਸਰੀ ਦੀ ਵਾਰ ਹੈ, ਇਹ ਹਰੀ ਲਾਲ ਤੇ ਕ੍ਰਿਸ਼ਨ ਲਾਲ ਪੰਡਤ ਆਏ ਸਨ ਕਾਸ਼ੀ ਦੇ ਵਿੱਚੋਂ, ਜਿਨ੍ਹਾਂ ਦਾ ਵਡੇਰਾ ਵਿਸ਼ਨ ਦੱਤ ਸੀ, ਜਿਨ੍ਹਾਂ ਦਾ ਵਡੇਰਾ ਸ਼ਿਵ ਦੱਤ ਸੀ, ਜਿਸ ਦੀ ਮਰੇ ਹੋਏ ਦੀ ਕਲਿਆਣ ਧੰਨ ਗੁਰੂ ਸੱਚੇ ਪਾਤਸ਼ਾਹ ਨੇ ਆਪ ਕੀਤੀ ਸੀ। ਔਰ ਜਿਸ ਦੇ ਪ੍ਰਥਾਏ ਸ਼ਬਦ ਉਚਾਰੇ ਸਨ, ਪੜ ਪੁਸਤਕ ਸੰਧਿਆ ਬਾਦੰਗ ਸਿਲ ਪੂਜਸ ਬਗਲ ਸਮਾਦੰਗ। ਸੋ ਉਹਨਾਂ ਦੇ ਅੱਗੇ ਪੋਤਰੇ ਹਰੀ ਲਾਲ ਤੇ ਕ੍ਰਿਸ਼ਨ ਲਾਲ ਸਨ। ਉਹਨਾਂ ਨੇ ਜਦੋਂ ਆਪਣਾ ਪੁਸਤਕਾਲਾ ਵੇਖਿਆ, ਉਹਨਾਂ ਦੇ ਵਿੱਚ 4 ਸ਼ਬਦ ਇਹ ਲਿਖੇ ਹੋਏ ਪ੍ਰਾਪਤ ਹੋਏ, ਪੜ ਪੁਸਤਕ ਸੰਧਿਆ ਬਾਦੰਗ ਸਿਲ ਪੂਜਸ ਬਗਲ ਸਮਾਦੰਗ। ਪੁੱਛਿਆ ਕਿ ਉਹ ਗੁਰੂ ਨਾਨਕ ਸਾਹਿਬ ਜੀ ਕਿੱਥੇ ਹਨ? ਦੱਸਿਆ ਸੰਗਤਾਂ ਨੇ ਕਿ 5ਵੇਂ ਸਰੂਪ ਦੇ ਵਿੱਚ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪ ਰਚ ਰਹੇ ਹਨ। ਉਸ ਮੌਕੇ ਤੇ ਹਰੀ ਲਾਲ ਤੇ ਕ੍ਰਿਸ਼ਨ ਲਾਲ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਏ। ਸੋ ਉਹਨਾਂ ਨੇ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਜਦੋਂ ਹੋਰ ਕੋਈ ਚੜ੍ਹਾਈ ਕਰ ਜਾਂਦਾ, ਉਹਨਾਂ ਦੀ ਕਲਿਆਣ ਵਾਸਤੇ ਗਰੁੜ ਪੁਰਾਣ ਆਦਿਕ ਦੀ ਕਥਾ ਹੁੰਦੀ ਹੈ, ਤੁਸੀਂ ਦੱਸੋ ਕਿ ਸਿੱਖ ਚੜ੍ਹਾਈ ਕਰ ਜਾਵੇ ਤਾਂ ਮਗਰੋਂ ਕਿਹੜੀ ਕਥਾ ਕਰਿਆ ਕਰੀਏ? ਔਰ ਸਾਡੇ ਤੇ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ, ਸਾਡਾ ਮੋਹ ਤੇ ਸਾਡੀ ਮਮਤਾ ਸੰਸਾਰ ਤੋਂ ਕਿਰਪਾ ਕਰਕੇ ਮੇਟੋ। ਉਸ ਮੌਕੇ ਤੇ ਮਹਾਰਾਜ ਸਾਹਿਬ ਨੇ ਕਿਹਾ ਕਿ ਸਾਡੀ ਇਹ ਵਾਰ ਜੋ ਜੈਰਸਰੀ ਦੀ ਵਾਰ ਹੈ, ਇਸ ਦੀ 10 ਦਿਨਾਂ ਚ ਗੁਰੂ ਕੇ ਪਿਆਰੇ ਕਥਾ ਕਰਿਆ ਕਰਨ। 2-2 ਸ਼ਲੋਕਾਂ ਦੀ ਹਰ ਰੋਜ਼ ਹੋਇਆ ਕਰੇ ਅੰਮ੍ਰਿਤ ਵੇਲੇ। ਔਰ 67 ਸ਼ਲੋਕ ਆਪ ਜੀ ਨੇ ਕਿਰਪਾ ਕਰਕੇ ਜੋ ਸਹਿਜ ਕੀਰਤੀ ਦੇ ਉਚਾਰਨ ਕੀਤੇ ਹਨ, ਉਹ ਹਰੀ ਲਾਲ ਤੇ ਕ੍ਰਿਸ਼ਨ ਲਾਲ ਜਿਹੜੇ ਕਾਸ਼ੀ ਦੇ ਪੰਡਤ ਆਏ ਸਨ, ਜਿਨ੍ਹਾਂ ਦੇ ਵਡੇਰਿਆਂ ਨੂੰ ਸਤਿਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ ਸੀ, ਉਹਨਾਂ ਨੇ ਪ੍ਰਥਾਏ ਉਚਾਰਿਆ ਔਰ ਹੁਕਮ ਕੀਤਾ ਕਿ 10 ਦਿਨਾਂ ਦੇ ਵਿੱਚ ਉਹ ਸਹਿਜ ਕੀਰਤੀ ਦੇ ਸ਼ਲੋਕਾਂ ਦੀ ਕਥਾ ਸ਼ਾਮ ਨੂੰ ਹੋਇਆ ਕਰੇ ਔਰ ਅੰਮ੍ਰਿਤ ਵੇਲੇ ਜੈਰਸਰੀ ਦੀ ਵਾਰ ਦੀ ਕਥਾ ਹੋਇਆ ਕਰੇ। 10 ਦਿਨਾਂ ਦੇ ਵਿੱਚ ਭੋਗ ਪਿਆ ਕਰੇ। ਉਸ ਪ੍ਰਾਣੀ ਦੀ ਰੂਹ ਫਿਰ ਸੰਸਾਰ ਦੇ ਵਿੱਚ ਜਾਂ ਘਰਾਂ ਵਿੱਚ ਜਾਂ ਸੰਬੰਧੀਆਂ ਦੇ ਵਿੱਚ ਫਿਰ ਨਹੀਂ ਰਹੇਗੀ, ਉਹ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋਵੇਗਾ। ਇਸ ਵਾਸਤੇ ਹੋਰ ਗਰੁੜ ਪੁਰਾਣ ਆਦਿਕ ਕਥਾ ਨੂੰ ਛੁਡਾ ਕਰਕੇ ਮਹਾਰਾਜ ਸਾਹਿਬ ਨੇ ਇਹ ਤੁਰਕੀ ਬਾਣੀ ਦੀ ਕਥਾ ਸਾਨੂੰ ਇਹ ਫਰਮਾਈ ਹੈ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਹ ਜੈਰਸਰੀ ਦੀ ਵਾਰ ਆਰੰਭ ਕਰ ਰਹੇ ਹਨ। ਜੈਰਸਰੀ ਮਹੱਲਾ 5ਵਾਂ ਵਾਰ ਸ਼ਲੋਕਾਂ ਨਾਲ। ਜੈਰਸਰੀ ਇਹ ਰਾਗਨੀ ਹੈ ਤੇ 5ਵੇਂ ਪਾਤਸ਼ਾਹ ਜੀ ਉਚਾਰਦੇ ਹਨ। ਵਾਰ ਦੇ ਨਾਲ ਜਿਹੜਾ ਮਹੱਲਾ ਆਵੇ ਇਹ ਨਿਯਮ ਹੈ, ਵਾਰ ਨਾਮ ਹੈ ਪੌੜੀਆਂ ਦਾ, ਕਿ ਉਸੇ ਪਾਤਸ਼ਾਹ ਦੀਆਂ ਪੌੜੀਆਂ ਹੋਣਗੀਆਂ। ਇੱਥੇ ਆਇਆ ਵਾਰ ਦੇ ਨਾਲ ਮਹੱਲਾ 5ਵਾਂ। ਇਸ ਵਾਰ ਦੇ ਵਿੱਚ ਸਾਰੀਆਂ ਹੀ ਪੌੜੀਆਂ 5ਵੇਂ ਪਾਤਸ਼ਾਹ ਜੀ ਦੀਆਂ ਹੋਣਗੀਆਂ। ਜਿਵੇਂ ਸੋਠ ਵਾਰ ਮਹੱਲੇ ਚੌਥੇ ਕੀ ਫਰਮਾਇਆ, ਸੋਠ ਰਾਗ ਦੀ ਜਿਹੜੀ ਵਾਰ ਹੈ ਉਹ ਮਹੱਲਾ ਚੌਥਾ ਲਿਖਿਆ ਹੈ, ਉਸ ਦੇ ਵਿੱਚ ਸਾਰੀਆਂ ਪੌੜੀਆਂ ਚੌਥੇ ਪਾਤਸ਼ਾਹ ਜੀ ਦੀਆਂ ਹਨ। ਸੋ ਹੋਰ ਜਿੱਥੇ ਜਿੱਥੇ ਮਹਾਰਾਜ ਸਾਹਿਬ ਨੇ ਵਾਰ ਦੇ ਨਾਲ ਮਹੱਲਾ ਉਚਾਰਿਆ, ਜੇ ਹੋਰ ਸਰੂਪ ਦਾ ਮਹੱਲਾ ਹੋਵੇ ਤਾਂ ਉੱਥੇ ਮਹੱਲਾ 5ਵਾਂ, ਪੌੜੀ 9ਵੀਂ ਮਹੱਲਾ 5ਵਾਂ, ਪੌੜੀ 5ਵਾਂ। ਇਸ ਪ੍ਰਕਾਰ ਉੱਥੇ ਵੱਖਰਾ ਵੱਖਰਾ ਨਿਯਮ ਦਰਸਾ ਦਿੱਤਾ ਹੈ ਕਿ ਇਹ ਇਸ ਸਰੂਪ ਦੀ ਬਾਣੀ ਹੈ। ਨਹੀਂ ਤਾਂ ਵਾਰ ਦੇ ਨਾਲ ਜਿਹੜਾ ਮਹੱਲਾ ਹੋਵੇ ਇਹ ਨਿਯਮ ਹੈ ਕਿ ਉਸੇ ਸਰੂਪ ਦੀਆਂ ਹੀ ਉਹ ਸਾਰੀਆਂ ਪੌੜੀਆਂ ਹਨ। ਸੋ ਇਹ ਵਾਰ ਸੰਪੂਰਨੀ ਸਤਿਗੁਰੂ 5ਵੇਂ ਪਾਤਸ਼ਾਹ ਜੀ ਦੀ ਹੈ।
ਇਸ ਦੇ ਵਿੱਚ ਸ਼ਲੋਕ ਮਹੱਲੇ ਤੇ ਪੌੜੀਆਂ ਪੰਜਵੇਂ ਪਾਤਸ਼ਾਹ ਜੀ ਦੀ ਆਉਣਗੇ। ਵਾਰਨਾਮਾ ਜਸ ਦਾ ਪਰਮੇਸ਼ਰ ਦਾ ਜਸ ਕਥਨ ਕੀਤਾ ਹੈ। ਵਾਰਨਾਮਾ ਜਿੱਥੇ ਦੋ ਸੂਰਮਿਆਂ ਦੇ ਵਾਰ ਵਰਨ, ਸੋ ਇੱਥੇ ਮੁਕਾਬਲਾ ਹੈ ਮੋਹ ਦਾ ਤੇ ਵਿਵੇਕ ਦਾ, ਅਗਿਆਨ ਦਾ ਤੇ ਗਿਆਨ ਦਾ, ਗੁਰਮੁਖਾਂ ਦਾ ਤੇ ਮਨਮੁਖਾਂ ਦਾ, ਆਸਤਕਾਂ ਦਾ ਤੇ ਨਾਸਤਕਾਂ ਦਾ। ਇੱਥੇ ਵਿਵੇਕ ਦੀ ਜਿੱਤ ਹੋਵੇਗੀ, ਗੁਰਮੁਖਾਂ ਦੀ ਜਿੱਤ ਹੋਵੇਗੀ, ਗਿਆਨ ਦੀ ਜਿੱਤ ਹੋਵੇਗੀ। ਇਹਨਾਂ ਦੇ ਵਿਰੋਧੀ ਜਿਹੜੀ ਆਸੀ ਸੰਪਦਾ ਹੈ ਉਹਨਾਂ ਦੀ ਹਾਰ ਹੋਵੇਗੀ, दैवी संपदा की जित होगी। ऐसी महाराज साहब ने कृपा करके ये वार उच्चारण की है। एक ओंकार सतगुर प्रसाद, एक अद्वैत रूप जित होगी। ऐसी महाराज साहब ने कृपा करके ये वार उच्चारण की है। एक ओंकार सतगुर प्रसाद, एक अद्वैत रूप ब्रह्म ओंकार सारा ना प्रकाश के सतगुਰਾਂ की कृपा करके प्राप्त होंदा है। सो श्लोकां दे नाल ये वार उच्चारण की है। भाव के नाल जिहड़े श्लोक हैं ये भी पंजवें पातशाह जी दे हैं। सो अगे फरमाउंदे हन श्लोक। महाराज साहब जी पहला श्लोक रचिया करनगे और फिर उसे दी व्याख्या पौड़ी दे विच करिया करनगे। जिवें सुखमनी साहब दे विच पहला श्लोक ओदी व्याख्या अष्टपदी विच उच्चारण आप जी ने की है। सो आप श्लोक फरमाउंदे हन आदि पूरन मद पूरन। सो परमेश्वर का निर्णय करते हैं परमेश्वर कैसा है। परमेश्वर आदि विच भी पूर्ण सी। जदों सृष्टि रचना की सृष्टि के आरंभ के भी परमेश्वर पूर्ण से ते मध्य स्थान दे विच हुण जदों सृष्टि का प्रवाह चल रहा है हुण भी वो परमेश्वर पूर्ण है। अंत पूर्ण परमेश्वर है। ते जदों सृष्टि का अंत हो जाएगा उस वेले भी परमेश्वर पूर्ण होवेगा। सो कई थां ऐसियां जदों पुछीदा थां नीवां क्यों है, कहंदे किसी मौके ते इत्थे नदी चलदी सी। सो दृष्टांत दिंदे हन। सो जिवें खालसा जी जिथे खुश्क थां है हाले नदी नहीं आई उत्थे भी धरती है। जदों कदे नदी का प्रवाह उत्थों सानी वगन लग पवे फिर भी उसके थले धरती है। जदों प्रवाह अगे चला जाए फिर भी वो धरती उस तरह की रहिंदी है। इसे तरह जदों हाले इस संसार का प्रवाह नहीं सी चलाया उस मौके पर भी परमेश्वर पूर्ण सी सारिਆਂ ਦੇ आरंभ विच भी। ते जदों इस सृष्टि का प्रवाह चल रहा है हुण भी वो पूर्ण है। ते जदों सृष्टि की समाप्ति होगी उस मौके पर भी वो पूर्ण का पूर्ण ही रहेगा। आदि विच अधिष्ठान रूप, मध्य विच व्यापक रूप, अंतरों सिद्धांत रूप होवेगा। आदि पूर्ण मध्य पूर्ण इन्हां अखरां दे आउण करके इत्थे मध्य गुरमुख प्यारिਆਂ ने मन्निया कि इत्थे श्री गुरु ग्रंथ साहिब जी की बाणी का मध्य है। सो इसे तरह कहंदे ने आदि जदों ये जीव तू माता के गर्भ दे विच सी उस मौके ते भी परमेश्वर पूर्ण सी। हुण जदों तू मध्य विच इत्थे संसार जिंदगी भोग रहा तां भी उस पूर्ण दे विच ही जुड़ना कर। सो अंत नूं जदों तेरा अंत हो गया फिर भी वो परमेश्वर पूर्ण का पूर्ण ही होवेगा। क्यों भी अर्थ लाउंदे ने कि आदि गुरु नानक साहब जी भी पूर्ण, मध्य ये उच्चारण वाले गुरु अर्जन साहब जी भी पूर्ण, ते साहिब श्री गुरु गोबिंद सिंह साहब जी भी पूर्ण और उन्होंने की तुरकी बाणी 10वीं पातशाही की आत्मिक जोत भी सारिया शक्तियां करके पूर्ण है। चवर तख्त छत्र की मालक है। सो आदि विच की चाहिए है जदों असी जन्म धारीए जन्म तो लैके चाहिए है जदों तो लैके सुरत संभलीए। जिवें भगत प्रहलाद वर्गे भगत ध्रुव वर्गिਆਂ ने 5 साल की अवस्था में परमेश्वर ਨੂੰ चेते करना आरंभ किया। आदि विच भी सानू चाहिए जिंदगी के आरंभ के भी पूर्ण परमेश्वर का चिंतन करिए। जदों मध्य भर जवानी विच होइए तां भी परमेश्वर का चिंतन करिए। जदों अंतला समा आवे उस मौके ते सेवक की ओढ़ के निभी प्रीत जीवत साहिब सेवियो अपना चलते राखियो चीत। ताइए ताज आप उन्होंने गुण गा रहे हैं। ताइए उन्होंने गुरमुख जन्म सवार दरगाह चलिया सच्ची दरगाह जाए सच्चा पिंड मलिया। सो आदि विच भी परमेश्वर पूर्ण है, मध्य विच भी पूर्ण है, अंतरों में परमेश्वर पूर्ण व्यापक है। सिमरंत संत सर्वत्र रमणं। ਉਹਨੂੰ जी किवें चेते करिए एक देशी करके कहंदे कदे भी नहीं। ਜਿਹੜੇ संत महात्मा ने श्वास श्वास नाम जपण वाले ਉਹਦਾ सिमरन करते हैं। सर्वत्र सर्व जो नेत्रां दा विशा संसार है सारे च व्यापक रूप जान करके परमेश्वर ਨੂੰ चेते करते हैं। नानक अग नासन जगदीश्वर है। ਉਹ ਅਗ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ ਜਗਤ ਦਾ ਈਸ਼ਰ रूप जो वाहिगुरु है। सो पुछया सी कृष्ण भगवान जी ने दस ते है द्रौपदी तेरी पैज रहेगी। कहते हाँ जी पर शर्मसार होकर बेनती की। कहते हाँ जी पैज तो रहेगी पर पहला क्यों ना तुसीं आए। सो कहते पहला तेरा ख्याल सी कि मेरे पंजे पति जिहड़े ने मेरी रखिया करनगे, फिर तेरा ख्याल सी राजा मेरी सहायता करेगा, फिर तू कदे सानू कहण लगी हे बिंद्रावन वासी हे मुरली मनोहर एक देशी करके तू सानू चेते कर दे रही असीं ना आए। जदों तू क्या है सर्वव्यापी कृपा करो असीं झाटी उस मौके ते तेरी सहायता की। इस वास्ते परमेश्वर एक देशी नहीं सर्वव्यापी है। महात्मा चेते करदा सब थावां ते उहनूं
ਪਰਮੇਸ਼ਰ ਨੂੰ ਰਮਣ ਵਿਆਪਕ ਰੂਪ ਜਾਣ ਕਰਕੇ ਨਾਨਕ ਆਗਨਾਸਨ ਜਗਦੀਸ਼ਰ ਉਹ ਸਾਰੇ ਪ੍ਰਕਾਰ ਦੇ ਅਗ ਪਾਪਾਂ ਨੂੰ ਨਾਸ਼ ਕਰਨ ਵਾਲਾ ਜਗਤ ਦਾ ਈਸ਼ਰ ਹੈ। ਵੇਖਣ ਸੁਣਨ ਸੁਣਾਵਨ ਉਸ ਦੀ ਸੱਤਾ ਦੇ ਨਾਲ ਅਸੀਂ ਅੱਖਾਂ ਨਾਲ ਵੇਖ ਰਹੇ ਹਾਂ, ਕੰਨਾਂ ਨਾਲ ਸੁਣ ਰਹੇ ਹਾਂ, ਆਪਣੀ ਜ਼ੁਬਾਨ ਨਾਲ ਬੋਲ ਕਰਕੇ ਸਿਧਾਂਤ ਆਪਣਾ ਦੱਸ ਰਹੇ ਹਾਂ। ਸੋ ਜਿਨ ਕੰਨ ਕੀਤੀ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਤਾਤ ਤੜਾਕੀ ਬੋਲੀ ਜਾਂਦੇ ਹਾਂ, ਤਾਤ ਤਤ ਸਿਧਾਂਤ ਆਪਣਾ ਜਿਹੜਾ ਵਿਪਰਾ ਹੈ, ਮਨ ਦਾ ਖਿਆਲ ਹੈ, ਜਿਸ ਕਰਕੇ ਅਸੀਂ ਉਹ ਦੱਸੀ ਜਾਂਦੇ ਹਾਂ। ਇਸ ਪ੍ਰਕਾਰ ਚਾਹੀਦਾ ਹੈ ਵੇਖਣ, ਇਹਨਾਂ ਨੇਤਰਾਂ ਦੇ ਨਾਲ ਸਾਨੂੰ ਵੇਖਣਾ ਵੀ ਉਸੇ ਪਰਮੇਸ਼ਰ ਨੂੰ ਚਾਹੀਦਾ ਹੈ। ਸੋ ਜਿਵੇਂ ਆਪਾਂ ਹੁਣੇ ਸਤਿਕਾਰਯੋਗ ਪਾਰਸ ਜੀ ਪਾਸੋਂ ਸੁਣ ਰਹੇ ਸੀ ਕਿ ਸਾਡੇ ਜਿਹੜੇ ਇਹ ਗੋਲਕਾਂ ਹਨ, ਇਹ ਛੇਕ ਹਨ, ਇਹਨਾਂ ਦੇ ਉੱਪਰ ਅਸੀਂ ਉਂਗਲਾਂ ਕਿਵੇਂ ਰੱਖਣੀਆਂ ਨੇ, ਇਹਨਾਂ ਚੋਂ ਕਿਹੜਾ ਛੇਕ ਖੁੱਲ੍ਹਾ ਰੱਖਣਾ ਤੇ ਕਿਹੜੇ ਨੂੰ ਕਿਸ ਮੌਕੇ ਤੇ ਬੰਦ ਕਰਨਾ ਹੈ। ਸੋ ਵੇਖਣਾ ਵੀ ਦੋਏ ਦੋਏ ਲੋਚਨ ਪੇਖਾ, ਹਉ ਹਰ ਬਿਨ ਔਰ ਨਾ ਦੇਖਾਂ। ਇਸ ਪ੍ਰਕਾਰ ਜੇਤਾ ਪੇਖਨ ਤੇਤਾ ਧਿਆਨ, ਵੇਖਣਾ ਵੀ ਇੱਕੇ ਨੂੰ ਕਰੀਏ, ਸੁਣਨਾ ਵੀ ਇੱਕੋ ਇੱਕ ਪਰਮੇਸ਼ਰ ਦੇ ਨਾਮ ਨੂੰ ਕਰੀਏ ਤੇ ਸੁਣਾਈਏ ਵੀ ਇੱਕੋ ਇੱਕ ਪਰਮੇਸ਼ਰ ਦੇ ਨਾਮ ਦੇ ਤਾਈਂ। ਮਨ ਮਹਿ ਦ੍ਰਿੜੀਐ ਸਾਚ, ਆਪਣੇ ਮਨ ਦੇ ਵਿੱਚ ਵੀ ਇੱਕੋ ਇੱਕ ਸੱਚੇ ਪਰਮੇਸ਼ਰ ਦੇ ਨਾਮ ਨੂੰ ਦ੍ਰਿੜ ਕਰੀਏ, ਵਸਾਉਣਾ ਕਰੀਏ। ਦੂਰ ਰਹਿਓ ਸਰਬਤਰ ਮੈਂ, ਉਹ ਮੈਂ ਨਾਮ ਰੂਪਾਂ ਦਾ ਹੈ, ਸਾਰੇ ਰੂਪਾਂ ਆਕਾਰਾਂ ਦੇ ਵਿੱਚ ਪਰਮੇਸ਼ਰ ਪੂਰਨ ਵਿਆਪਕ ਹੋ ਰਿਹਾ ਹੈ। ਨਾਨਕ ਹਰ ਰੰਗ ਰਾਜ, ਉਸ ਹਰੀ ਪਰਮੇਸ਼ਰ ਦੇ ਰੰਗ, ਪ੍ਰੇਮ ਦੇ ਰੰਗ ਦੇ ਵਿੱਚ ਰਚਣਾ ਚਾਹੀਦਾ ਹੈ, ਜਿਹੜਾ ਰੰਗ ਕਦੇ ਉਤਰਨ ਵਾਲਾ ਨਹੀਂ ਹੈ, ਜਿਹੜਾ ਰਾਮ ਰੰਗ ਕਦੇ ਉਤਰ ਨਾ ਜਾਏ, ਉਸੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰਚਨਾ ਕਰੀਏ। ਪੌੜੀ ਦੇ ਵਿੱਚ ਵਿਆਖਿਆ ਕਰਦੇ ਹਨ ਆਪ ਸੱਚੇ ਪਾਤਸ਼ਾਹ, ਹਰ ਏਕ ਨਿਰੰਜਨ ਗਾਈਐ, ਹਰੀ ਜੋ ਇੱਕੋ ਇੱਕ ਅਦਵੈਤ ਰੂਪ ਹੈ, ਨਿਰੰਜਨ ਮਾਇਆ ਕਾਲਕ ਤੋਂ ਰਹਿਤ ਸੁੱਧ ਬ੍ਰਹਮ, ਉਸੇ ਪਰਮੇਸ਼ਰ ਨੂੰ ਕੀਰਤਨ ਵਿੱਚ ਪਾ ਕਰਕੇ ਪ੍ਰੀਤ ਰੂਪੀ ਰਸਨਾ ਦੇ ਨਾਲ ਗਾਉਣਾ ਕਰੀਏ। ਸਭ ਅੰਤਰ ਸੋਈ, ਉਹ ਸਾਰਿਆਂ ਦੇ ਅੰਦਰ ਇੱਕੋ ਇੱਕ ਪਰਮੇਸ਼ਰ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਰਨ ਕਾਰਨ ਸਮਰੱਥ ਪ੍ਰਭ, ਉਹ ਸਾਰੇ ਕਾਰਜਾਂ ਨੂੰ ਕਰਨ ਨੂੰ ਪ੍ਰਭੂ ਸਮਰੱਥ ਮਾਲਕ ਹੈ। ਜੋ ਕਰੇ ਸੋ ਹੋਈ, ਜੋ ਪਿੱਛੇ ਕਰਦਾ ਸੀ ਹੁੰਦਾ ਸੀ, ਜੋ ਕਰ ਰਿਹਾ ਸੋ ਹੋ ਰਿਹਾ, ਜੋ ਕਰੇਗਾ ਸੋ ਹੋਵੇਗਾ, ਜੋ ਉਹਦਾ ਸਿਮਰਨ ਭਜਨ ਕਰੇਗਾ ਉਹਦਾ ਰੂਪ ਹੀ ਹੋ ਜਾਵੇਗਾ। ਖਿਨ ਮਹਿ ਥਾਪ ਉਹ ਥਾਪ ਦਾ, ਉਹ ਖਿਨ ਕਾਲ ਦੇ ਵਿੱਚ ਉਹ ਐਸਾ ਸਮਰੱਥ ਹੈ। ਸੋ ਖਿਨ ਕਾਲ ਦੇ ਵਿੱਚ ਹੀ ਥਾਪ ਸ੍ਰਿਸ਼ਟੀ ਨੂੰ ਰਚ ਦਿੰਦਾ ਹੈ ਤੇ ਛਿਨ ਕਾਲ ਦੇ ਵਿੱਚ ਹੀ ਉਹ ਨਾਸ਼ ਕਰ ਦਿੰਦਾ ਹੈ। ਇਹ ਨਹੀਂ ਕਿ ਉਹ 7 ਦਿਨਾਂ ਦੇ ਵਿੱਚ ਸ੍ਰਿਸ਼ਟੀ ਬਣਾਉਂਦਾ ਹੰਭ ਗਿਆ, ਫਿਰ ਉਹਨੇ ਹੀ ਹਫਤਾ ਬਣਾ ਦਿੱਤਾ, ਇਉਂ ਨਹੀਂ। ਉਹ ਤਾਂ ਹਰਨ ਭਰਨ ਜਾਂ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਖਿਨ ਕਾਲ ਦੇ ਵਿੱਚ ਸੁਭ ਗੁਣਾਂ ਨੂੰ ਪੈਦਾ ਕਰਕੇ ਔਗੁਣਾਂ ਨੂੰ ਪੱਟ ਦਿੰਦਾ ਹੈ। ਖਿਨ ਕਾਲ ਦੇ ਵਿੱਚ ਹਿਰਦੇ ਵਿੱਚ ਗਿਆਨ ਵਸਾ ਕੇ ਅਗਿਆਨ ਨੂੰ ਹਿਰਦੇ ਵਿੱਚ ਨਾਸ਼ ਕਰ ਦਿੰਦਾ ਹੈ। ਇਸ ਬਿਨ ਨਹੀਂ ਕੋਈ, ਇਸ ਅਕਾਲ ਪੁਰਖ ਤੋਂ ਬਿਨਾਂ ਹੋਰ ਕੋਈ ਐਸਾ ਸਮਰੱਥ ਨਹੀਂ ਹੈ। ਖੰਡ ਬ੍ਰਹਮੰਡ ਪਾਤਾਲ ਦੀਪ, ਉਹ ਪਰਮੇਸ਼ਰ ਕੈਸਾ ਹੈ, ਖੰਡਾਂ ਵਿੱਚ 9 ਖੰਡਾਂ ਦੇ ਵਿੱਚ ਵੀ ਬ੍ਰਹਮੰਡ ਜਿਹੜਾ ਵੱਡਾ ਭਾਂਡਾ 21 ਪੁਰੀਆਂ ਵਾਲਾ, 7 ਪਤਾਲਾਂ ਦੇ ਵਿੱਚ ਵੀ, 7 ਦੀਪਾਂ ਦੇ ਵਿੱਚ ਵੀ ਰਵਿਆ ਸਭ ਲੋਈ। ਸਾਰੇ ਜਿਹੜੇ ਲੋਕ ਹਨ ਉੱਪਰਲੇ ਭੂਰ ਮਹਿਰ ਭੁਵ ਜਨ ਸਤ ਤਪ ਗੋਲੋਕ ਆਦਿਕ, ਸਾਰਿਆਂ ਲੋਕਾਂ ਦੇ ਵਿੱਚ ਸਾਰੀ ਲੋਈ ਸ੍ਰਿਸ਼ਟੀ ਦੇ ਵਿੱਚ ਪਰਮੇਸ਼ਰ ਉਹ ਲੋਈ ਪ੍ਰਕਾਸ਼ ਰੂਪ ਸਾਰਿਆਂ ਦੇ ਵਿੱਚ ਆਪ ਵਿਆਪਕ ਹੋ ਰਿਹਾ ਹੈ। ਜਿਸ ਆਪ ਬੁਝਾਏ ਸੋ ਬੁਝਸੀ, ਜੇ ਸਮਝ ਕੌਣ ਸਕਦਾ ਕਿ ਜਿਸ ਨੂੰ ਪਰਮੇਸ਼ਰ ਆਪ ਸਮਝਾਵੇ ਉਹ ਹੀ ਕੇਵਲ ਸਮਝ ਸਕਦਾ ਹੈ ਤੇ ਸਮਝ ਸਕਦਾ ਸੀ, ਸਮਝ ਸਕੇਗਾ। ਨਿਰਮਲ ਜਨ ਸੋਈ, ਉਸੇ ਜਨ ਸੇਵਕ ਨੂੰ ਕਹਿ ਦਿਓ ਕਿ ਉਹੀ ਨਿਰਮਲ ਹੈ, ਉਹੀ ਉਜਲ ਹੈ, ਉਹੀ ਸੁੱਧ ਹੈ, ਤੇ ਉਸੇ ਨੂੰ ਖਾਲਸਾ ਕਹਿ ਦਿਓ, ਉਹੀ ਪਵਿੱਤਰ ਹੈ, ਉਹੀ ਭਾਗਾਂ ਵਾਲਾ ਹੈ ਤੇ ਉਹੀ ਸਿੰਘ ਹੈ ਤੇ ਉਹੀ ਸੰਤ ਹੈ। ਸੋ ਉਹਨਾਂ ਦਾ ਨਾਮ ਹੀ ਭਾਗ ਸਿੰਘ ਸੰਤ ਕਿਹਾ ਜਾ ਸਕਦਾ ਹੈ। ਉਹੀ ਉਜਲ ਹੈ, ਭਾਗਾਂ ਵਾਲਾ, ਜਿਨ੍ਹਾਂ ਨੂੰ ਪਰਮੇਸ਼ਰ ਕਿਰਪਾ ਕਰਕੇ ਸਮਝਾ ਦੇਵੇ। ਆਪਾਂ ਵੀ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰੀਏ, ਹੇ ਗੁਰੂ ਗੋਬਿੰਦ ਸਿੰਘ ਸਾਹਿਬ, ਅਸੀਂ ਵੀ ਸਾਰਿਆਂ ਵਿੱਚ ਤੇਰਾ ਜਲਵਾ ਵੇਖਣਾ ਕਰੀਏ। ਭਾਈ ਕਨ੍ਹਈਏ ਵਾਲੀ ਨਿਗਾਹ ਸਾਨੂੰ ਵੀ ਦੇ, ਸਾਡੇ ਤੇ ਵੀ ਤਰਸ ਕਰ, ਤੇਰੇ ਸਰੂਪ ਨੂੰ ਸਮਝ ਸਕੀਏ, ਲੋਕ ਪ੍ਰਲੋਕ ਵਿੱਚ ਉਜਲੇ ਹੋਈਏ। ਸੋ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਰੂਪ ਕਥਾ ਮੱਧ ਤੋਂ ਅੱਗੇ ਆਰੰਭ ਹੋਈ ਦਾ ਸਭ ਸੰਗਤਾਂ ਨੂੰ ਖਾਲਸਾ ਜੀ ਲੱਖ ਲੱਖ ਵਧਾਈ ਹੋਵੇ। ਅਸੀਸ ਦਿਓ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਦਾਸ ਦੀ ਰਸਨਾ ਤੇ ਵਸਣ, ਅਲਪੱਗ ਬੁੱਧੀ ਵਾਲੇ ਨੂੰ ਆਪ ਇਹ ਸਮਤ ਬਖਸ਼ਣ, ਜਿਸ ਕਰਕੇ ਗੁਰੂ ਕੀ ਅੰਮ੍ਰਿਤ ਰੂਪ ਬਾਣੀ ਦੀ ਕਥਾ ਸੋ ਨਰੋਲ ਗੁਰਮਤਿ ਅਨੁਸਾਰ ਹੋ ਸਕਿਆ ਕਰੇ, ਜਿਸ ਕਰਕੇ ਦਾਸ ਦਾ ਵੀ ਭਲਾ ਹੋਵੇ। ਇਹ ਗੁਰੂ ਕੇ ਚਰਨਾਂ ਵਿੱਚ ਸਭ ਅਰਦਾਸ ਕਰੋ, ਸੋ ਜਿਸ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਤਰਸ ਕਰਨ। ਖੰਡ ਬ੍ਰਹਮੰਡ ਪਾਤਾਲ ਦੀਪ, ਰਵਿਆ ਸਭ ਲੋਈ, ਜਿਸ ਆਪ ਬੁਝਾਏ ਸੋ ਬੁਝਸੀ, ਨਿਰਮਲ ਜਨ ਸੋਈ।